ਸੈਂਟਰ ਸਰਕਾਰ ਨੇ ਜੋ ਖੇਤੀਬਾੜੀ ਨੂੰ ਲੈ ਕੇ ਜਿਹੜੇ ਸਰਦਾਰ ਦੇ ਨਾਮ ਤੇ 3 ਬਿੱਲ ਪਾਸ ਕੀਤੇ ਹੈਗੇ ਨੇ, ਉਹਦੇ ਨਾਲ ਪੰਜਾਬ ਨੂੰ ਕਾਫੀ ਨੁਕਸਾਨ ਹੁੰਦਾ ਦਿਖਾਈ ਦੇ ਰਿਹਾ ਹੈਗਾ। ਸਰਕਾਰ ਵੱਲੋਂ ਆਲ ਪਾਰਟੀ ਮੀਟਿੰਗ ਵੀ ਬੁਲਾਈ ਗਈ ਆ, ਉਹ ਇੱਕ ਵੱਖਰਾ ਵਿਸ਼ਾ ਕਿ ਇਸ 'ਤੇ ਰਾਜਨੀਤੀ ਵੀ ਹੋ ਰਹੀ ਹੈ। ਲੇਕਿਨ ਅਸੀਂ ਜੋ ਐਕਟ ਪਾਸ ਕੀਤੇ ਗਏ ਨੇ ਉਹਦੀਆਂ ਬਰੀਕੀਆਂ ਨੂੰ, ਉਹਦੀ ਮੂਲ ਭਾਵਾਂ ਨੂੰ ਸਮਝਣ ਵਾਸਤੇ ਅੱਜ ਅਸੀਂ ਗੱਲਬਾਤ ਕਰਾਂਗੇ ਪੰਜਾਬ ਰਾਜ ਫਾਰਮਰ ਕਮਿਸ਼ਨ ਦੇ ਮੈਂਬਰ ਸਕੱਤਰ ਸਰਦਾਰ ਬਲਵਿੰਦਰ ਸਿੰਘ ਸਿੱਧੂ, ਜੋ ਐਗਰੀਕਲਚਰ ਕਮਿਸ਼ਨਰ ਵੀ ਨੇ, ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਵੀ ਰਹਿ ਚੁੱਕੇ ਨੇ। ਸਰ, ਜਿਹੜੇ ਸੈਂਟਰ ਐਕਟ ਨੂੰ ਲੈ ਕੇ ਅਗਰ ਆਪਾਂ ਮੋਟੇ ਰੂਪ 'ਚ ਇਹਦੀ ਜਿਹੜੀ ਮੂਲ ਭਾਵਨਾ ਉਹ ਕੀ ਦਰਸਾਉਂਦੀ ਹੈ ਜੀ? ਦੇਖੋ, ਮੂਲ ਭਾਵਨਾ ਸਰਕਾਰ ਨੇ ਜਿਹੜਾ ਕੰਮ ਇਹ ਕੇਂਦਰ ਸਰਕਾਰ ਨੇ ਸ਼ੁਰੂ ਕੀਤਾ ਹੈ, ਉਹਨਾਂ ਨੇ ਕਿਹਾ ਤਾਂ ਇਹੀ ਹੈ ਵੀ ਅਸੀਂ ਇਹ ਕਿਸਾਨਾਂ ਦੀ ਆਮਦਨ ਵਧਾਉਣ ਵਾਸਤੇ, ਕਿਸਾਨਾਂ ਨੂੰ ਬਦਲਵੀਂ ਮੰਡੀ ਦੇਣ ਵਾਸਤੇ, ਕਿਸਾਨਾਂ ਨੂੰ ਜਿਹੜੀ ਹੈ ਇੱਕ ਵਿਕਲਪ ਦੇ ਤੌਰ 'ਤੇ ਅਸੀਂ ਇਹਨਾਂ ਨੂੰ ਕਰ ਰਹੇ ਹਾਂ। ਪਰ ਔਰ ਜਿਵੇਂ ਆਪਾਂ ਉਹਨਾਂ ਨੂੰ ਅੱਜ ਦੀ ਤਰੀਕ ਦੇ ਵਿੱਚ ਪੜ੍ਹੀਏ ਤਾਂ ਉਹਨਾਂ ਦਾ ਜਿਹੜਾ ਮੰਤਵ ਹੈ ਉਹ ਵੀ ਇਹੀ ਲੱਗਦਾ ਹੈ। ਪਰ ਇਹਦਾ ਜਿਹੜਾ ਦੂਰਗਾਮੀ ਨੇ ਜਿਹੜੇ ਨਤੀਜੇ ਨੇ ਉਹ ਪੰਜਾਬ ਲਈ ਅੱਛੇ ਨਹੀਂ ਹੋਣ ਵਾਲੇ, ਕਿਉਂਕਿ ਪੰਜਾਬ ਦੇ ਵਿੱਚ ਇਸ ਵੇਲੇ ਜਿਹੜਾ ਮੌਜੂਦਾ ਸਿਸਟਮ ਹੈ ਉਹਦੇ ਵਿੱਚ ਇਹ ਹੈ ਕਿ ਵੀ ਦਾਣਾ ਦਾਣਾ ਚੱਕਿਆ ਜਾਏਗਾ MSP ਦੇ ਉੱਤੇ। ਮਤਲਬ ਜਿਹੜੇ ਇਹ ਐਕਟ ਨੇ ਇਹ ਕੋਈ ਦਾਣਾ ਦਾਣਾ ਚੱਕਣ ਦੀ ਗੱਲ ਨਹੀਂ ਕਰਦੇ, ਇਹ ਸਿਰਫ ਗੱਲ ਕਰਦੇ ਨੇ ਵੀ ਖਰੀਦ ਦਾ ਇੱਕ ਵੱਖਰੀ ਮੰਡੀ ਬਣਾਈ ਜਾਏਗੀ। ਜਿਹੜੀ ਮੌਜੂਦਾ ਮੰਡੀ ਹੈ ਉਹਦੀ ਜਿਹੜੀ ਹਦੂਦ ਹੈ ਉਹ ਇਹਦੀ 4 ਦੀਵਾਰੀ ਤੱਕ ਸੀਮਿਤ ਕਰ ਦਿੱਤੀ ਗਈ ਹੈ। ਔਰ ਉਸ ਮੰਡੀ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਵੀ ਵੱਖਰੇ ਵੱਖਰੇ ਜਿਹੜੇ ਨੇ ਮੈਸੇਜ ਮਿਲ ਰਹੇ ਨੇ। ਜਿਵੇਂ ਖੇਤੀਬਾੜੀ ਮੰਤਰੀ ਤੋਮਰ ਜੀ ਨੇ ਕਿਹਾ ਕਿ MSP ਜਾਰੀ ਰਹੇਗੀ। 2 ਦਿਨਾਂ ਬਾਅਦ ਗਡਕਰੀ ਜੀ ਨੇ ਕਹਿੰਦਾ ਵੀ MSP ਜਿਹੜਾ ਹੈ ਦੇਸ਼ ਲਈ ਸਭ ਤੋਂ ਵੱਡਾ ਆਰਥਿਕ ਨੁਕਸਾਨ MSP ਨਾਲ ਹੋ ਰਿਹਾ ਹੈ। ਤਾਂ ਪੰਜਾਬ ਦੇ ਵਿੱਚ ਮੈਨੂੰ ਐਂ ਲੱਗਦਾ ਵੀ ਪੰਜਾਬ ਨੂੰ ਲੰਮੇ ਸਮੇਂ ਦੇ ਵਿੱਚ ਇਹਨਾਂ ਆਰਡੀਨੈਂਸਿਸ ਦੇ ਨਾਲ ਨੁਕਸਾਨ ਹੀ ਹੋਏਗਾ। ਪੰਜਾਬ ਦੇ ਕਿਸਾਨਾਂ ਨੂੰ ਕੋਈ ਬਹੁਤਾ ਫਾਇਦਾ ਨਹੀਂ ਹੋਣ ਲੱਗਿਆ, ਕਿਉਂਕਿ 2-3 ਗੱਲਾਂ ਨੇ। 3 ਆਰਡੀਨੈਂਸ ਨੇ ਇਹ। ਪਹਿਲਾ ਆਰਡੀਨੈਂਸ ਹੈ ਜਿਹੜਾ ਐਸੈਂਸ਼ੀਅਲ ਕਮੋਡਿਟੀ ਐਕਟ ਦੇ ਵਿੱਚ ਸੋਧ ਕੀਤੀ ਗਈ ਹੈ, ਜ਼ਰੂਰੀ ਵਸਤਾਂ ਦੇ ਵਿੱਚ ਵੀ ਕੋਈ ਬੰਦਾ ਵੀ ਜਿੰਨੀ ਮਰਜ਼ੀ ਜ਼ਖੀਰੇਬਾਜ਼ੀ ਕਰ ਲਵੇ, ਜਿੰਨਾ ਮਰਜ਼ੀ ਸਟਾਕ ਕਰ ਲਵੇ, ਉਹਦੇ 'ਤੇ ਕੋਈ ਲਿਮਿਟ ਨਹੀਂ ਹੋਏਗੀ। ਇਹ ਲਿਮਿਟ ਸਿਰਫ 3-4 ਕੇਸਾਂ ਦੇ ਵਿੱਚ ਲਗਾ ਸਕਦੇ ਹਾਂ ਅਸੀਂ, ਜਾਂ ਕੋਈ ਯੁੱਧ ਆ ਜੇ ਹੋ ਜੇ, ਕਿਸੇ ਬਾਹਰ ਹੋ ਜੇ, ਜਾਂ ਕੋਈ ਅਕਾਲ ਪੈ ਜੇ, ਜਾਂ ਕੋਈ ਕੀਮਤਾਂ ਦੇ ਵਿੱਚ ਕੋਈ ਬੇਤੁਕਾ ਵਾਧਾ ਹੋ ਜੇ। ਉਹ ਬੇਤੁਕੇ ਵਾਧੇ ਦੀ ਵੀ ਡੈਫੀਨੇਸ਼ਨ ਉਹਨਾਂ ਨੇ ਰੱਖੀ ਹੈ ਵੀ ਜੇ ਥੋੜ੍ਹੀਆਂ ਫਲ ਅਤੇ ਸਬਜ਼ੀਆਂ ਨੇ ਉਹਦੇ ਵਿੱਚ ਪਿਛਲੇ 12 ਮਹੀਨਿਆਂ ਦੀ ਜਿਹੜੀ ਔਸਤ ਪਰਚੂਨ ਪ੍ਰਾਈਸ ਹੈ ਉਹ, ਜਾਂ ਪਿਛਲੇ 50 ਸਾਲਾਂ ਦੀ ਔਸਤ ਹੈ ਉਹਦੇ ਨਾਲੋਂ 100% ਵੱਧ ਵਾਧਾ ਹੋ ਜੇ। ਜਾਂ ਜਿਹੜੀ ਅਨਾਜ ਨੇ ਸਾਡੇ, ਜਾਂ ਤੇਲ ਬੀਜ ਨੇ, ਜਾਂ ਦਾਲਾਂ ਨੇ, ਉਹਨਾਂ ਦੇ ਵਿੱਚ 50% ਤੋਂ ਵੱਧ ਵਾਧਾ ਹੋ ਜੇ। ਤਾਂ ਇਹ ਵਾਧਾ ਜਿਹੜਾ ਹੈ, ਜੇ ਫਰਜ਼ ਕਰੋ ਅੱਜ ਕਣਕ ਸਾਡੀ 1900 ਰੁਪਈਆ, ਜਾਂ ਚੌਲ ਜਿਹੜਾ ਹੈ 1888 ਰੁਪਈਏ 'ਤੇ ਵਿਕ ਰਿਹਾ ਵੀ 1888। ਜੇ ਤੁਸੀਂ ਉਹਦੇ ਵਿੱਚ ਪ੍ਰਾਈਵੇਟ ਮੰਡੀ ਦੇ ਵਿੱਚ ਇੰਨੀ ਜ਼ਖੀਰੇਬਾਜ਼ੀ ਹੋ ਜਾਂਦੀ ਹੈ, ਅਤੇ ਪਰ ਫਿਰ ਵੀ ਉਹ ਕੀਮਤ ਜਿਹੜੀ ਹੈ ਉਹਨੂੰ ਉਹ 50% ਤੋਂ ਨਹੀਂ ਬਦਲਦੇ। ਉਹ 2700 ਰੁਪਏ ਤੋਂ ਕੀਮਤ ਨਹੀਂ ਬਣਦੇ, ਉਹਨੂੰ 2650 ਰੁਪਏ 'ਤੇ ਰੱਖਦੇ ਨੇ। ਤਾਂ ਜੋ ਮਰਜ਼ੀ ਕਰੀ ਜਾਣ ਵਪਾਰੀ। ਮਤਲਬ ਮੈਨੂੰ ਐਂ ਲੱਗਦਾ ਵੀ ਇਹਦੇ ਵਿੱਚ ਕਿਸਾਨਾਂ ਨੂੰ ਉਨੀ ਖੁੱਲ੍ਹ ਨਹੀਂ ਮਿਲੀ ਜਿੰਨੀ ਖੁੱਲ੍ਹ ਜਿਹੜੀ ਹੈ ਵਪਾਰੀਆਂ ਨੂੰ ਮਿਲ ਗਈ ਹੈ। ਦੂਜੇ ਪਾਸੇ ਇਹ ਹੈ ਵੀ ਮੰਡੀਆਂ ਦੇ ਵਿੱਚ, ਮੰਡੀਆਂ ਹਾਲਾਂਕਿ ਮਾਰਕੀਟ ਜਿਹੜਾ ਹੈ ਉਹ ਸਟੇਟ ਦਾ ਹੈ, ਮਾਰਕੀਟਸ ਐਂਡ ਫੇਅਰਸ ਸਟੇਟ ਲਿਸਟ ਦੇ ਵਿੱਚ ਸ਼ਾਮਲ ਹੈ। ਪਰ ਕੇਂਦਰ ਸਰਕਾਰ ਨੇ ਇੰਟਰਸਟੇਟ ਟਰੇਡ ਦੀ ਜਿਹੜੀ ਧਾਰਾ ਹੈਗੀ ਇਹਨਾਂ ਕੋਲੇ ਵੀ ਅੰਤਰਰਾਜੀ ਵਪਾਰ ਜਿਹੜਾ ਹੈ, ਉਸ ਧਾਰਾ ਨੂੰ ਵਰਤ ਕੇ ਕੰਕਰੈਂਟ ਲਿਸਟ ਦੇ ਜਿਹੜੀ ਯੂਨੀਅਨ ਲਿਸਟ ਹੈ ਉਹਦੇ ਵਿੱਚ ਇੱਕ ਇਹ ਐਕਟ ਜਿਹੜਾ ਬਣਾਤਾ ਹੈ। ਇਹਦੇ 'ਚ ਕੀ ਹੈ ਵੀ ਹੁਣ ਵਪਾਰ ਕੋਈ ਬੰਦਾ ਵੀ ਜਿਹੜਾ ਹੈ ਕਿਸੇ ਵੀ ਜਿਹੜੀ APMC ਦੀ ਮੰਡੀ ਹੈ, ਨੋਟੀਫਾਈਡ ਮੰਡੀ ਹੈ, ਉਹ ਤੋਂ ਬਾਹਰ ਵਪਾਰ ਕਰ ਸਕਦਾ। ਉਹਨੂੰ ਕੋਈ ਲਾਇਸੈਂਸ ਲੈਣ ਦੀ ਲੋੜ ਨਹੀਂ, ਕੋਈ ਉਹਦੇ 'ਤੇ ਟੈਕਸ ਨਹੀਂ ਲੱਗੇਗਾ, ਕੋਈ ਫੀਸ ਨਹੀਂ ਲੱਗੇਗੀ। ਔਰ ਉਹ ਜਿਹੜਾ ਹੈ ਆਪਣੀ ਖਰੀਦ ਜਿਹੜੀ ਹੈ ਉਹ ਦੇਸ਼ ਦੇ ਵਿੱਚ ਕਿਤੇ ਵੀ ਵੇਚ ਸਕਦਾ, ਕਿਤੇ ਮਰਜ਼ੀ ਲਿਜਾ ਸਕਦਾ। ਬੇਸਿਕਲੀ ਕਿਹਾ ਇਹ ਗਿਆ ਕਿ ਕਿਸਾਨਾਂ ਲਈ ਇਹ ਇੱਕ ਦੇਸ਼ ਇੱਕ ਮੰਡੀ, ਇੱਕ ਰਾਸ਼ਟਰ ਇੱਕ ਮੰਡੀ ਦਾ ਅਸੀਂ ਲਾਗੂ ਕਰ ਰਹੇ ਹਾਂ। ਪਰ ਕਿਸਾਨ ਨੂੰ ਤਾਂ ਪਹਿਲਾਂ ਵੀ ਛੂਟ ਸੀ, ਉਹ ਜਿੱਥੇ ਮਰਜ਼ੀ ਵੇਚ ਸਕਦਾ ਸੀ, ਚਾਹੇ ਉਹਦੇ ਫਾਰਮ ਤੋਂ ਵੇਚ ਲਏ। ਹੁਣ ਕਿੰਨੂ ਕਰੋੜ ਸੀ ਸਾਡੇ ਸਾਰੇ ਜਾ ਕੇ, ਕੋਈ ਬੰਗਲੌਰ ਵੇਚਦਾ, ਕੋਈ ਚੇਨਈ ਵੇਚਦਾ, ਪਹਿਲਾਂ ਵੀ ਵੇਚਦੇ ਨੇ। ਇਹ ਜਿਹੜਾ ਸਰਕਾਰ ਦਾ ਜਿਹੜਾ ਕੰਸੈਪਟ ਆ, ਇੱਕ ਬਾਜ਼ਾਰ ਇੱਕ ਵਪਾਰ, ਤੁਹਾਨੂੰ ਲੱਗਦਾ ਕਿ ਜਿਹੜੀ ਮੰਡੀ ਸਿਸਟਮ ਵਾਲਾ ਜਿਹੜਾ ਸਟੇਟ ਸਬਜੈਕਟ ਹੈਗਾ ਇਹ, ਉਹਨੂੰ ਇੱਕ ਬਾਜ਼ਾਰ ਇੱਕ ਵਪਾਰ ਦੇ ਆੜ ਦੀ ਹੇਠ ਉਹਨੂੰ ਜਿਹੜੀ ਕੇਂਦਰੀ ਸੂਚੀ 'ਚ ਸ਼ਾਮਲ ਕਰ ਲਿਆ। ਅਤੇ ਜਿਸ ਤਰ੍ਹਾਂ ਕਿ ਪੰਜਾਬ 'ਚ, ਕਿਉਂਕਿ ਸਭ ਤੋਂ ਬੈਸਟ ਅਗਰ ਮੰਡੀਕਰਨ ਸਿਸਟਮ ਹੈਗਾ ਦੇਸ਼ ਅੰਦਰ ਉਹ ਪੰਜਾਬ 'ਚ, ਅਤੇ ਪੰਜਾਬ ਦਾ ਲਾਜ਼ਮੀ ਤੌਰ 'ਤੇ ਨਾਲ ਲੱਗਦਾ ਕਿ ਕਿੰਨਾ ਕਿ ਟੈਕਸ ਦਾ ਨੁਕਸਾਨ ਹੋ ਜਾਏਗਾ ਜੀ? ਨਹੀਂ, ਪੰਜਾਬ ਦਾ ਦੇਖੋ ਟੈਕਸ ਦਾ ਨੁਕਸਾਨ ਇਕੱਲਾ ਨਹੀਂ, ਟੈਕਸ ਦਾ ਨੁਕਸਾਨ ਤਾਂ ਖੈਰ ਹੋਏਗਾ ਹੀ। ਪਰ ਪਹਿਲਾਂ ਮੈਨੂੰ ਤਾਂ ਇਹ ਲੱਗਦਾ ਵੀ ਸਭ ਤੋਂ ਪਹਿਲਾਂ ਦੇਖੋ ਇੱਕ ਤਾਂ ਇਹ ਹੈ ਵੀ ਮਾਰਕੀਟਸ ਐਂਡ ਫੇਅਰਸ, ਪਹਿਲਾਂ ਐਗਰੀਕਲਚਰ ਸਟੇਟ ਸਬਜੈਕਟ ਹੈ, ਫਿਰ ਮਾਰਕੀਟਸ ਐਂਡ ਫੇਅਰਸ, ਕੋਈ ਮੇਲੇ ਅਸੀਂ ਪਸ਼ੂ ਮੇਲੇ ਲਾਉਣੇ ਆ, ਕੋਈ ਮੰਡੀਆਂ ਲਾਉਣੇ ਆ, ਉਹ ਸਾਡਾ ਸਬਜੈਕਟ ਹੈ। ਫਿਰ ਤੀਜਾ ਇਹ ਹੈ ਵੀ ਜਿਹੜੀ ਸੂਚੀ 60 ਹੈ ਉਹਦੇ ਸੀਰੀਅਲ ਨੰਬਰ 60 ਦੇ ਉੱਤੇ ਇਹ ਵੀ ਦਰਜ ਹੈ ਵੀ ਸਟੇਟ ਆਪਦੇ ਅਧਿਕਾਰ ਖੇਤਰ ਦੇ ਵਿੱਚ, ਸਟੇਟ ਆਪਣੀ ਜੁਰਿਸਡਿਕਸ਼ਨ ਦੇ ਵਿੱਚ ਕਿਸੇ ਵੀ ਚੀਜ਼ 'ਤੇ ਕੋਈ ਟੈਕਸ ਲਈ ਵੀ ਸੈਸ ਲਾ ਸਕਦੀ ਹੈ।
ਇਹਨਾਂ ਤਿੰਨੇ ਚੀਜ਼ਾਂ ਇਹਨਾਂ ਸਾਰੀਆਂ ਗੱਲਾਂ ਨੂੰ ਸੈਂਟਰ ਨੇ ਇੱਕ ਕਨਕਰੈਂਟ ਲਿਸਟ ਦੇ ਵਿੱਚ ਹੈ ਆਪਣੀ ਜਿਹੜੀ ਸੰਵਰਤੀ ਸੂਚੀ ਹੈ ਜਿਹਦੇ ਵਿੱਚ ਸਟੇਟ ਤੇ ਸੈਂਟਰ ਦੋਨੇ ਕਾਨੂੰਨ ਬਣਾ ਸਕਦੇ ਨੇ, ਪਰ ਉਹਦੇ ਸੈਂਟਰ ਦਾ ਕਾਨੂੰਨ ਜੇਕਰ ਹੈ ਬਣਿਆ ਹੋਇਆ ਤਾਂ ਉਹਨੂੰ ਉਹ ਮੰਨਿਆ ਜਾਏਗਾ। ਉਹਨੂੰ ਵਰਤ ਕੇ ਇਹਨਾਂ ਨੇ ਸਾਡੀ ਮੰਡੀ ਜਿਹੜੀ ਹੈ ਉਹ ਉੱਥੇ ਆਪਦੀ ਮੰਡੀ ਬਣਾਤੀ ਹੈ, ਸਟੇਟ ਦਾ ਉਹਦੇ 'ਚ ਟੈਕਸ ਲਾਉਣ ਦਾ ਅਧਿਕਾਰ ਖੋਲ੍ਹਿਆ। ਦੇਖੋ ਸਟੇਟ ਨੂੰ ਨੁਕਸਾਨ ਹੋਏਗਾ, ਸਟੇਟ ਹੁਣ 6% ਟੈਕਸ ਲੈਂਦੀ ਸੀ। 6% ਟੈਕਸ ਦਾ ਮਤਲਬ ਹੈ ਵੀ ਸਾਡੀ ਤਕਰੀਬਨ 70,000 ਕਰੋੜ ਰੁਪਏ ਦੀ ਜਿਹੜੀ ਹੈ ਕਣਕ ਝੋਨਾ ਤੇ ਕਾਟਨ ਕੂਟਨ ਆ ਜਾਂਦਾ ਸੀ, ਤੇ ਉਹ 44,000 ਕਰੋੜ ਦਾ ਸਾਲਾਨਾ ਸਟੇਟ ਨੂੰ ਨੁਕਸਾਨ ਹੋ ਜਾਏਗਾ। 30,000 26,000 ਆੜਤੀ ਕੰਮ ਕਰਦੇ ਨੇ, 30,000 ਲਾਇਸੈਂਸ ਨੇ, ਕਿਸੇ ਕੋਲ 2 ਵੀ ਹੋਣੇ ਨੇ, ਉਹਨਾਂ ਨੂੰ 2.5% ਮਿਲਦਾ ਸੀ, 1500-1600 ਕਰੋੜ ਰੁਪਇਆ ਉਹਨਾਂ ਨੂੰ ਮਿਲ ਜਾਂਦਾ ਸੀ, ਉਹਦਾ ਨੁਕਸਾਨ ਹੋਏਗਾ। ਉਹਨਾਂ ਲੋਕਾਂ ਨੂੰ ਵਪਾਰ ਜਿਹੜੇ ਉੱਥੇ ਲੋਕ ਕੰਮ ਕਰਦੇ ਸੀ ਮੰਡੀਆਂ ਦੇ ਵਿੱਚ, ਕੋਈ ਲੇਬਰ ਕੰਮ ਕਰਦੀ ਸੀ, ਹੋਰ ਕਿੰਨੇ ਲੋਕਾਂ ਨੂੰ ਇੰਪਲਾਇਮੈਂਟ ਮਿਲਦੀ ਸੀ, ਉਹ ਰੁਜ਼ਗਾਰ ਦਾ ਜਿਹੜਾ ਨੁਕਸਾਨ ਉਹ ਹੋਏਗਾ। ਵੀ ਨੁਕਸਾਨ ਸਟੇਟ ਨੂੰ ਹੋਏਗਾ ਜ਼ਰੂਰ। ਕਿਉਂਕਿ ਜਦੋਂ ਜਿਹੜੇ ਬੰਦੇ ਨੇ ਬਾਹਰ ਮੰਡੀ ਬਣਾ ਲਈ, ਤੁਸੀਂ ਸਰਕਾਰੀ ਮੰਡੀ ਦੇ ਗੇਟ 'ਤੇ ਮੰਡੀ ਬਣਾ ਲਓ ਸੜਕ ਦੇ ਦੂਜੇ ਪਾਸੇ, ਉੱਥੇ ਤੁਹਾਨੂੰ ਕੀ ਹੈ, ਉੱਥੇ ਤੁਹਾਨੂੰ ਕੋਈ ਟੈਕਸ ਨਹੀਂ ਹੈ, ਮੰਡੀ 'ਚ ਟੈਕਸ ਹੈ। ਜੇ ਹੁਣ ਤੁਸੀਂ ਮੰਡੀ ਦੇ ਵਿੱਚ ਕੋਈ ਖਰੀਦਦਾ ਹੈ ਤਾਂ ਮੰਡੀ ਦੇ ਵਿੱਚ ਉਹਨੂੰ ਸਰਕਾਰ ਨੂੰ 6% ਦੇਣਾ ਪੈਣਾ। ਜੇ ਫਰਜ਼ ਕਰੋ ਕਣਕ ਹੀ ਲਾ ਲਈਏ ਆਪਾਂ, 1900 ਰੁਪਏ 1935 114 15 ਰੁਪਏ ਸਟੇਟ ਨੂੰ ਜਾਂਦੇ ਨੇ। ਉਹ ਜਿਹੜਾ ਬੰਦਾ ਸਾਹਮਣੇ ਮੰਡੀ ਬਣਾਊਗਾ ਉਹ ਜ਼ਿਮੀਂਦਾਰ ਨੂੰ ਕਹੂਗਾ ਵੀ ਤੂੰ 135 ਜਿਹੜੇ ਨੇ ਸਾਡੇ ਤੈਨੂੰ ਬਚਦੇ ਨੇ, ਉਹ ਜ਼ਿਮੀਂਦਾਰ ਨੂੰ ਕਹੂਗਾ ਵੀ ਮੈਂ ਤੈਨੂੰ 70 ਦਿੰਦਾ ਯਾਰ, ਤੂੰ ਉੱਥੇ ਕਿਉਂ ਜਾਣਾ, ਤੂੰ ਮੇਰੇ ਤੈਨੂੰ ਮੈਂ 70 ਵੱਧ ਦਿੰਦਾ। ਜਿਹੜਾ ਗੱਲ ਕੇਂਦਰ ਸਰਕਾਰ ਕਹਿੰਦੀ ਹੈ ਵੀ ਉਹਨੂੰ ਭਾਅ ਬਿਹਤਰ ਮਿਲੂਗਾ, ਉਹਨੂੰ ਤਾਂ ਭਾਅ ਬਿਹਤਰ ਮਿਲ ਗਿਆ, ਬਿਲਕੁਲ ਠੀਕ ਹੈ, ਪਰ ਜਿਹੜੀ ਸੜਕ 'ਤੇ ਉਹ ਆਉਂਦਾ ਹੈ ਉਹ ਸੜਕ ਇਸੇ ਪੈਸੇ ਨਾਲ ਹੀ ਮੇਨਟੇਨ ਹੁੰਦੀ ਸੀ। ਹਰ 6 ਸਾਲਾਂ ਬਾਅਦ ਰਾਜ ਦੀ 65,000 ਕਿਲੋਮੀਟਰ ਲਿੰਕ ਸੜਕਾਂ ਨੇ, ਉਹ ਸਾਰੀਆਂ ਜਿਹੜੀਆਂ ਨੇ ਹਰ 6 ਸਾਲ ਬਾਅਦ ਹਰ ਸੜਕ ਦੀ ਮੇਨਟੇਨੈਂਸ ਹੁੰਦੀ ਹੈ। ਉਹ ਸੜਕ ਦੇ ਉੱਤੇ ਖੱਡੇ ਪੈਣਗੇ ਗੋਡੇ ਗੋਡੇ, ਕਿਵੇਂ ਟਰੈਕਟਰ ਚੱਲਣਗੇ, ਕਿਵੇਂ ਟਰਾਲੀਆਂ ਚੱਲਣਗੀਆਂ, ਕਿਵੇਂ ਕੋਈ ਆਊਗਾ, ਉਹਨਾਂ ਮੰਡੀਆਂ ਨੂੰ ਮੇਨਟੇਨ ਕੌਣ ਕਰੂਗਾ, ਉਹਦੇ ਲਈ ਪੈਸੇ ਕਿੱਥੋਂ ਆਉਣਗੇ। ਵੀ ਇਹ ਇਕੱਲਾ ਇੱਕ ਮੰਡੀ ਖੇਤੀ ਦੀ ਮੰਡੀ ਦਾ ਸਵਾਲ ਨਹੀਂ ਹੈ, ਉਸ ਮੰਡੀ ਨੂੰ ਠੀਕ ਢੰਗ ਨਾਲ ਸੁਚਾਰੂ ਢੰਗ ਨਾਲ ਕਿਵੇਂ ਚਲਾਉਣਾ। ਉੱਥੇ ਕਿਸਾਨਾਂ ਲਈ ਰੈਸਟ ਹਾਊਸ ਬਣੇ ਹੋਏ ਨੇ, ਉੱਥੇ ਕਿਸਾਨਾਂ ਲਈ ਬੈਠਣ ਨੂੰ ਥਾਂ ਬਣੀ ਹੋਈ ਹੈ, ਉੱਥੇ ਕਿਸਾਨਾਂ ਨੂੰ ਹਰ ਸਹੂਲਤ ਦਾ ਧਿਆਨ ਰੱਖਿਆ ਜਾਂਦਾ ਹੈ। ਉਸ ਪੈਸੇ ਦੇ ਵਿੱਚੋਂ ਅਸੀਂ ਜਿਹੜੇ ਐਕਸੀਡੈਂਟ ਹੁੰਦੇ ਨੇ, ਕੋਈ ਖੇਤ 'ਚ ਹੁੰਦਾ, ਕੋਈ ਸੱਪ ਲੜ ਕੇ ਮਰ ਗਿਆ, ਕਿਸੇ ਦੀ ਥ੍ਰੈਸ਼ਰ ਨਾਲ ਬਾਂਹ ਕੱਟੀ, ਉਹਨਾਂ ਨੂੰ ਵੀ ਲੱਖ 2-2 ਲੱਖ ਰੁਪਈਆ ਦਿੰਦੇ ਹਾਂ ਅਸੀਂ। ਵੈਲਫੇਅਰ ਦੇ ਕੰਮ ਵੀ ਸਟੇਟ ਉਹਨਾਂ ਨਾਲ ਕਰਦੀ ਸੀ। ਉਹ ਸਾਰੇ ਕੰਮਾਂ ਦੇ ਉੱਤੇ ਉਹਦਾ ਅਸਰ ਪਏਗਾ, ਨੁਕਸਾਨ ਇਹਦਾ ਹੋਏਗਾ। ਅੱਜ ਨਹੀਂ ਦਿਸਦਾ, ਆਉਣ ਵਾਲੇ ਸਮੇਂ 'ਚ ਲੰਮੇ ਸਮੇਂ ਦੇ ਵਿੱਚ ਇਹਦਾ ਨੁਕਸਾਨ ਇਹਨਾਂ ਦਾ ਜ਼ਰੂਰ ਹੋਇਆ, ਕਿਉਂਕਿ ਇਕੱਲੇ ਇੱਕ ਐਕਟ ਨੂੰ ਨਹੀਂ, ਇਹਨਾਂ ਤਿੰਨੇ ਐਕਟਾਂ ਨੂੰ ਜੇ ਤੁਸੀਂ ਜ਼ਰੂਰੀ ਵਸਤਾਂ ਐਕਟ ਦੇ ਵਿੱਚ ਸੋਧ ਨਹੀਂ ਕਰਦੇ ਤਾਂ ਸਟਾਕ ਦੀ ਲਿਮਟ ਵਿੱਚ ਆਉਂਦੀ ਸੀ। ਜੇ ਤੁਸੀਂ ਮੰਡੀ ਵਾਲਾ ਸੀ ਤਾਂ ਟੈਕਸ ਵਿੱਚ ਆਉਂਦੇ ਸੀ। ਜੇ ਤੁਸੀਂ ਕੰਟਰੈਕਟ ਫਾਰਮਿੰਗ ਕਰਨੀ ਹੈ, ਕੰਟਰੈਕਟ ਫਾਰਮਿੰਗ ਨਹੀਂ, ਕਾਰਪੋਰੇਟ ਫਾਰਮਿੰਗ ਹੈ, ਵੀ ਕੰਪਨੀਆਂ ਜ਼ਮੀਨ ਕਿਸਾਨਾਂ ਨਾਲ ਐਗਰੀਮੈਂਟ ਕਰ ਲੈਣਗੀਆਂ। ਉਹ ਐਗਰੀਮੈਂਟ ਦੇ ਵਿੱਚ ਇੱਕ ਗਰੰਟੀਡ ਸ਼ੁਦਾ ਪ੍ਰਾਈਸ ਹੋਏਗੀ, ਉਹ ਗਰੰਟੀ ਸ਼ੁਦਾ ਪ੍ਰਾਈਸ ਦੇ ਉੱਤੇ ਕੋਈ ਬੋਨਸ ਜਾਂ ਹੋਰ ਚੀਜ਼ ਵੀ ਹੋਰ ਵਾਧਾ ਵੀ ਦਿੱਤਾ ਜਾ ਸਕਦਾ ਹੈ। ਉਹ ਵਾਧਾ ਜਿਹੜਾ ਹੈ APMC ਮੰਡੀ ਨਾਲ ਜੁੜਿਆ ਹੋਏਗਾ ਜਾਂ ਕਿਸੇ ਘੱਟੋ ਘੱਟ ਪਰਚੂਨ ਦੀ ਕੀਮਤ ਨਾਲ ਜੁੜਿਆ ਹੋਏਗਾ। ਵੀ ਜੇ APMC ਮੰਡੀ ਖਤਮ ਹੀ ਹੋ ਗਈ, ਉਸ APMC ਮੰਡੀ ਦੇ ਵਿੱਚ ਹੀ ਜਿਹੜੀ ਹੈ ਉਹ MSP ਨਹੀਂ ਮਿਲਦੀ, ਤਾਂ ਬਾਹਰ ਵਾਲਾ ਜਿਹੜਾ ਹੈ ਉਹ ਤੁਹਾਨੂੰ ਗਰੰਟੀ ਮਿਨੀਮਮ ਪ੍ਰਾਈਸ ਦੇ ਉੱਤੇ ਕਿਉਂ ਦੇਗਾ, ਜਿਹੜਾ ਬਾਹਰ ਵਾਲੀ ਮੰਡੀ ਦੇ ਵਿੱਚ ਕੰਮ ਕਰਦਾ। ਤੁਸੀਂ ਹੁਣ ਬਿਹਾਰ ਨੂੰ ਦੇਖ ਲਓ, ਬਿਹਾਰ ਨੇ 2006 ਦੇ ਵਿੱਚ ਇਹ ਐਕਟ ਖਤਮ ਕੀਤਾ ਸੀ। ਉੱਥੇ ਕਿਸੇ ਪ੍ਰਾਈਸ 'ਤੇ ਕੋਈ ਚੀਜ਼ MSP 'ਤੇ ਵਿਕਦੀ ਹੈ। ਜਾਂ ਆਪਾਂ ਵੈਸੇ ਵੀ ਦੇਖ ਲਈਏ, ਜਿੱਥੇ ਕੇਂਦਰ ਸਰਕਾਰ ਖਰੀਦ ਨਹੀਂ ਕਰਦੀ ਕਣਕ ਦੇ ਝੋਨੇ ਨੂੰ ਛੱਡ ਕੇ, ਕਿਸੇ 24 ਫਸਲਾਂ ਦੀ ਜਿਹੜੀ ਹੈ MSP ਅਨਾਊਂਸ ਕੀਤੀ ਜਾਂਦੀ ਹੈ, ਕਿ ਕੋਈ MSP 'ਤੇ ਵਿਕਦੀ ਹੈ। ਕਿਵੇਂ ਤੁਸੀਂ ਇਹ ਜਿਹੜਾ ਆਰਡੀਨੈਂਸ ਹੈ ਇਹ ਕਿਵੇਂ ਕਿਸਾਨਾਂ ਨੂੰ ਬਿਹਤਰ ਮੁੱਲ ਦਵਾ ਦੇਗਾ ਵੀ ਮੰਡੀ ਦੇ ਵਿੱਚ? ਸਾਨੂੰ ਤਾਂ ਹਰ ਤਰੀਕੇ ਨਾਲ ਸ਼ੱਕ ਹੈ ਵੀ ਫਿਰ ਇਹ ਕਹਿੰਦੇ ਨੇ ਵੀ ਇਹਦੇ ਨਾਲ ਇਨਵੈਸਟਮੈਂਟ ਆਏਗੀ। ਬਿਹਾਰ ਦੇ ਵਿੱਚ ਪਿਛਲੇ 14 ਸਾਲਾਂ ਦੇ ਵਿੱਚ $1 ਦੀ ਇਨਵੈਸਟਮੈਂਟ ਨਹੀਂ ਹੋਈ ਹੈ ਮੰਡੀ ਦੇ ਵਿੱਚ। ਕਿਵੇਂ ਅਸੀਂ ਕਹਿੰਦੇ ਹਾਂ, ਕੋਈ ਸਬੂਤ ਤਾਂ ਦੱਸੋ। ਈਵਨ ਅੰਤਰਰਾਸ਼ਟਰੀ ਤੁਸੀਂ ਅਮਰੀਕਾ ਦੇ ਵਿੱਚ ਦੇਖ ਲਓ, ਕਿਤੇ ਹੋਰ ਦੇਖ ਲਓ, ਉੱਥੇ ਵੀ ਜਿਹੜੀ ਖੇਤੀਬਾੜੀ ਹੈ ਉਹ ਸਬਸਿਡੀਆਂ ਨਾਲ ਹੀ ਚੱਲਦੀ ਹੈ। ਹਾਲਾਂਕਿ ਉੱਥੇ ਫਾਰਮ ਸਾਈਜ਼ ਸਾਡੇ ਨਾਲੋਂ ਬਹੁਤ ਜ਼ਿਆਦਾ ਵੱਡਾ ਹੈ। ਤਾਂ ਇਸ ਕਰਕੇ ਮੈਨੂੰ ਕੋਈ ਨਹੀਂ ਲੱਗਦਾ ਵੀ ਲੰਮੇ ਸਮੇਂ 'ਚ, ਮੈਨੂੰ ਇਹ ਲੱਗਦਾ ਵੀ ਇਹਦਾ ਨੁਕਸਾਨ ਹੋਏਗਾ। ਕਿਉਂਕਿ ਦੂਜੇ ਪਾਸੇ ਦੇਖੋ, ਕਿਸਾਨਾਂ ਦੀ ਸਾਡੇ ਦੇਸ਼ ਦਾ ਐਵਰੇਜ ਫਾਰਮ ਸਾਈਜ਼ ਕੀ ਹੈ? 1.1 ਹੈਕਟੇਅਰ, 3.25 ਏਕੜ। ਸਾਡੇ ਕੋਲ 86% ਕਿਸਾਨ ਉਹ ਨੇ ਜਿਹਨਾਂ ਕੋਲ 5 ਏਕੜ ਤੋਂ ਘੱਟ ਜ਼ਮੀਨ ਹੈ, ਤੇ 67% ਉਹ ਨੇ ਜਿਹਨਾਂ ਕੋਲ 2.5 ਏਕੜ ਤੋਂ ਘੱਟ ਜ਼ਮੀਨ ਹੈ। ਵੀ ਇਹਨਾਂ ਲੋਕਾਂ ਦੀ ਬਾਰਗੇਨਿੰਗ ਪਾਵਰ ਹੀ ਹੈ ਨਹੀਂ। ਇੱਕ ਪਾਸੇ ਕਾਰਪੋਰੇਟ ਖੜਾ ਹੈ ਜਿਹਦੀ ਟਰਨਓਵਰ ਜਿਹੜੀ ਹੈ ਸਾਲ ਦੀ 1000 ਕਰੋੜ ਰੁਪਏ ਦੀ ਹੈ। ਇਹ ਦੂਜੇ ਪਾਸੇ ਇੱਕ ਕਿਸਾਨ ਖੜਾ ਜਿਹਨੇ ਮੰਡੀ 'ਚ 30,000 ਦਾ ਮਾਲ ਵੇਚਣਾ ਹੈ, ਹਾੜੀ ਸੋਣੀ, ਉਹ ਵੀ ਜਿਹਨੂੰ ਉਹਦੇ ਕੋਲ ਸਮਰੱਥਾ ਨਹੀਂ ਹੈ ਵੀ ਆਪਦੇ ਘਰੇ ਰੋਕ ਸਕੇ। ਅਤੇ ਕਿਵੇਂ ਅਸੀਂ ਕਹਿੰਦੇ ਹਾਂ ਵੀ ਉਹ ਜਿਹੜੇ ਉਹਨਾਂ ਦੇ ਸਮਝੌਤੇ ਨੇ ਉਹ ਬਰਾਬਰੀ ਦੇ ਹੋਣਗੇ, ਜਾਂ ਕਿਵੇਂ ਅਸੀਂ ਸੋਚਦੇ ਹਾਂ ਵੀ ਕਿਸਾਨ ਉਹਨਾਂ ਨਾਲ ਸੌਦੇਬਾਜ਼ੀ ਕਰਕੇ ਲਾਹੇਵੰਦ ਭਾਅ ਲੈ ਲੈਣਗੇ? ਮੈਨੂੰ ਤਾਂ ਇਹਨਾਂ ਗੱਲਾਂ ਦੇ ਉੱਤੇ ਪੂਰਾ ਸ਼ੱਕ ਹੈ। ਫਿਰ ਇਹਦੇ ਵਿੱਚ ਇੱਕ ਐਕਟ ਦੇ ਵਿੱਚ ਇੱਕ ਹੋਰ ਹੈ ਵੀ ਕੋਈ ਵੀ ਜਿਹੜਾ ਐਗਰੀਮੈਂਟ ਕਰਕੇ
ਪਰਚੇਜ਼ ਕਰੇਗਾ, ਚਾਹੇ ਉਹ ਰਿਟੇਲ ਵਾਲਾ ਖਰੀਦ ਸਕਦਾ ਹੈ, ਚਾਹੇ ਉਹ ਪ੍ਰੋਸੈਸਰ ਖਰੀਦ ਸਕਦਾ ਹੈ, ਚਾਹੇ ਉਹ ਕੋਈ ਵੈਲਿਊ ਚੇਨ ਵਾਲਾ ਖਰੀਦ ਸਕਦਾ ਹੈ, ਵੀ ਉਹਦੇ ਉੱਤੇ ਕੋਈ ਸਟਾਕ ਲਿਮਿਟ ਨਹੀਂ ਹੋਏਗੀ। ਉਹ ਅੱਗੇ ਕੀ ਸੀ, ਅਸੀਂ ਜਦੋਂ ਸਾਡੇ ਮੰਡੀ ਦੇ ਵਿੱਚ ਖਰੀਦਦੇ ਸੀ, ਭਾਵੇਂ ਮਿੱਲਾਂ ਵਾਲੇ ਚੱਕੀਆਂ ਵਾਲੇ ਹੀ ਖਰੀਦਦੇ ਸੀ, 25,000 ਟਨ ਅਸੀਂ ਉਹਨੂੰ ਇਜਾਜ਼ਤ ਦਿੱਤੀ ਹੋਈ ਸੀ। ਅਸੀਂ ਕਿਹਾ ਸੀ ਵੀ ਅਸੀਂ ਉਹਨੂੰ ਟੈਕਸ, ਉਹਦਾ ਸਾਰਾ ਟੈਕਸ ਮਾਫ ਕਰ ਦਿਆਂਗੇ ਜਿਹੜਾ ਪੰਜਾਬ ਦੇ ਵਿੱਚ ਇੰਡਸਟਰੀ ਲਾ ਕੇ ਉਹਨੂੰ ਪ੍ਰੋਸੈਸ ਕਰੇਗਾ। ਹੁਣ ਜਿਹੜਾ ਪ੍ਰੋਸੈਸਰ ਹੈ ਚੇਨਈ ਤੋਂ ਆਏਗਾ, ਪੰਜਾਬ 'ਚੋਂ ਖਰੀਦੇਗਾ, ਵਾਪਸ ਚੇਨਈ ਲੈ ਜਾਏਗਾ, ਰੁਜ਼ਗਾਰ ਕਿੱਥੋਂ ਆਏਗਾ? ਸਭ ਤੋਂ ਵੱਡੀ ਸੱਟ ਜਿਹੜੀ ਹੈ ਲੰਬੇ ਸਮੇਂ ਦੇ ਵਿੱਚ ਸਾਡੇ ਰੁਜ਼ਗਾਰ ਦੇ ਮੌਕਿਆਂ 'ਤੇ ਪਊਗੀ। ਖੇਤੀ ਸੀ ਸਾਡੇ ਕੋਲ ਪੰਜਾਬ ਦੇ ਵਿੱਚ, ਖੇਤੀ ਦੇ ਆਧਾਰ 'ਤੇ ਸਾਨੂੰ ਲੱਗ ਸਕਦੇ ਸੀ ਉਦਯੋਗ। ਹੁਣ ਖੇਤੀ ਆਧਾਰ 'ਤੇ ਉਦਯੋਗ ਵੀ ਉੱਥੇ ਲੱਗਣਗੇ ਜਿੱਥੇ ਜਿਹੜਾ ਪ੍ਰੋਸੈਸਰ ਹੈ ਉਹਨੂੰ ਢੋਆਈ ਦੀ ਕੀਮਤ ਨਾਲੋਂ ਲੇਬਰ ਸਸਤੀ ਮਿਲੇ, ਪਾਵਰ ਸਸਤੀ ਮਿਲੇ, ਜ਼ਮੀਨ ਸਸਤੀ ਮਿਲੇ, ਢਾਂਚਾ ਬਾਕੀ ਸਾਰਾ ਸਸਤਾ ਮਿਲੇ। ਉਹ ਇੰਡਸਟਰੀ ਉੱਥੇ ਲਏਗਾ, ਇੱਥੋਂ ਖਰੀਦ ਕੇ ਲੈ ਜਾਏਗਾ। ਤਾਂ ਅਸੀਂ ਤਾਂ ਹੌਲੀ ਹੌਲੀ ਅਗਲੇ 5-10 ਸਾਲਾਂ ਦੇ ਵਿੱਚ ਸਿਰਫ ਰਾ ਮਟੀਰੀਅਲ ਪ੍ਰੋਡਿਊਸਰ ਐਂਡ ਸਪਲਾਇਰ ਬਣ ਜਾਵਾਂਗੇ, ਅਤੇ ਅਸੀਂ ਆਪਣੇ ਲੋਕਾਂ ਨੂੰ ਰੁਜ਼ਗਾਰ ਕਿੱਥੇ ਦੇਵਾਂਗੇ? ਇਹ ਇੱਕ ਬਹੁਤ ਵੱਡਾ ਸਵਾਲੀਆ ਚਿੰਨ੍ਹ ਸਾਡੇ ਨਾਲ ਇਹਨਾਂ ਆਰਡੀਨੈਂਸ 'ਤੇ ਲੱਗ ਜਾਏਗਾ ਆਉਣ ਵਾਲੇ ਸਮੇਂ ਦੇ ਵਿੱਚ। ਸਰ ਇੱਕ ਜਿਹੜਾ ਹੋਰ ਸਭ ਤੋਂ ਵੱਡੀ ਗੱਲ ਹੈ ਕਿ ਜਿੱਦਾਂ 24 ਫਸਲਾਂ ਤੇ MSP ਹੈਗੀ ਹੈ, ਪਰ ਕਿਉਂਕਿ ਸਰਕਾਰ ਦੀ ਤੁਹਾਨੂੰ ਲੱਗਦਾ ਕਿ ਕਣਕ ਝੋਨਾ ਖਰੀਦਣੀ ਮਜਬੂਰੀ ਹੈ, ਕਿਉਂਕਿ ਉਹ ਕੋਈ ਸਕੀਮ ਹੈ ਕਿ ਗਰੀਬਾਂ ਨੂੰ 2 ਰੁਪਏ ਕਿਲੋ ਕਣਕ ਦੇਣੀ, ਚਾਵਲ ਦੇਣੀ, ਬਾਕੀ ਜਿਹੜੀਆਂ 22 ਫਸਲਾਂ ਉਹਦੀ ਤਾਂ MSP ਹੈਗੀ ਹੈ, ਲੇਕਿਨ ਖਰੀਦਦਾ ਕੌਣ ਆ? ਬਿਲਕੁਲ ਕੋਈ ਨਹੀਂ ਖਰੀਦਦਾ। ਕੋਈ ਨਹੀਂ, ਇਹੀ ਗੱਲ ਮੈਂ ਕਹਿ ਰਿਹਾ ਵੀ ਇਹ ਐਕਟ ਦਾ ਮਨਸ਼ਾ ਭਾਵੇਂ ਬਹੁਤ ਵਧੀਆ ਹੋਵੇ, ਪਰ ਜਦੋਂ ਇਹਦੀ ਪ੍ਰੈਕਟੀਕਲੀ ਤੌਰ 'ਤੇ ਇੰਪਲੀਮੈਂਟ ਹੋਏਗਾ, ਇਹਦੇ ਵਿੱਚ ਅਲਟੀਮੇਟਲੀ ਕਿਸਾਨਾਂ ਨੂੰ ਨੁਕਸਾਨ ਹੋਏਗਾ, ਕਿਉਂਕਿ ਕਿਸਾਨ ਬਹੁਤ ਛੋਟਾ ਹੈ, ਰਿਸੋਰਸ ਪੂਅਰ ਹੈ, ਉਹਦੇ ਕੋਲੇ ਸੀਮਿਤ ਸਾਧਨ ਨੇ, ਉਹਦੇ ਕੋਲੇ ਮੰਡੀ 'ਚ ਲਿਆਉਣ ਨੂੰ ਕੁਛ ਨਹੀਂ ਹੈ, ਅਤੇ ਉਹ ਸੌਦੇਬਾਜ਼ੀ ਕਰਨ ਦੀ ਉਹਨਾਂ ਦੀ ਤਾਕਤ ਨਹੀਂ ਹੈ, ਉਹ ਇਕੱਠੇ ਨਹੀਂ ਹੈ, ਸੰਗਠਿਤ ਨਹੀਂ ਹੈ, ਉਹ ਨਹੀਂ ਇਹ ਕਰ ਸਕਦੇ। ਅਲਟੀਮੇਟਲੀ ਉਹਨਾਂ ਨੂੰ ਇਹਨਾਂ ਜਿਹੜੀਆਂ ਹੈਗੀਆਂ ਨੇ ਐਕਟ ਨੇ, ਜਦੋਂ ਉਹਨੂੰ ਜਿੰਨੇ ਚਿਰ 'ਚ ਲਾਗੂ ਹੋਣਗੇ, ਇਹਦੇ ਰੂਲ ਬਣਨਗੇ, ਇਹ ਕਾਨੂੰਨ ਬਣਨਗੇ, ਸਾਲ 2 ਸਾਲ ਬਾਅਦ ਇਹ ਉਹਨਾਂ ਨੂੰ ਨੁਕਸਾਨ ਹੋਏਗਾ ਹੀ ਹੋਏਗਾ। ਉਹਨਾਂ ਨੂੰ ਲਾਹੇਵੰਦ ਮੁੱਲ ਦੀ ਵੀ ਹੈ। ਦੇਖੋ, ਕਿਸਾਨ ਦੀ ਸਭ ਤੋਂ ਵੱਡੀ ਖੇਤੀਬਾੜੀ ਦਾ ਇੱਕ ਹੈ, ਖੇਤੀਬਾੜੀ ਸ਼ੈੱਡ ਦੇ ਥੱਲੇ ਤਾਂ ਹੁੰਦੀ ਨਹੀਂ ਹੈ। ਇਹਦੇ ਮੀਂਹ ਜ਼ਿਆਦਾ ਪੈ ਗਿਆ, ਨਮੀ ਜ਼ਿਆਦਾ ਹੈ, ਤੇਰੀ ਨਮੀ ਅਸੀਂ ਨਹੀਂ ਠੀਕ ਕਰਨੀ, ਕਿਉਂਕਿ ਜਿਹੜਾ ਕੰਟਰੈਕਟ ਫਾਰਮਿੰਗ ਐਕਟ ਹੈ ਉਹਦੇ ਵਿੱਚ ਉਹਨਾਂ ਨੇ ਕਲੀਅਰਲੀ ਲਿਖਿਆ ਹੋਇਆ ਕਿ ਵੀ ਉਹਦੇ ਮਾਪਦੰਡ ਨੇ ਜਿਹੜੇ ਉਹ ਮਿਊਚੁਅਲੀ ਐਗਰੀਡ ਹੋਣਗੇ, ਅਤੇ ਉਹਦੇ ਲਈ ਉਹ ਕਿਸੇ ਥਰਡ ਪਾਰਟੀ ਨੂੰ ਇੰਗੇਜ ਕਰ ਸਕਦੀ ਹੈ। ਜਿਹੜਾ ਖਰੀਦਦਾਰ ਹੈ, ਵੀ ਤੁਸੀਂ ਇਹ ਦੇਖੋਗੇ, ਸਾਨੂੰ ਦੱਸੋਗੇ ਵੀ ਮਾਪਦੰਡ ਠੀਕ ਨੇ, ਇੱਕ ਫਸਲ ਉਹਨਾਂ ਨੂੰ ਮਿਲਦੀ ਹੈ। ਜੇ ਉਹਨਾਂ ਨੇ ਉਹ ਫਸਲ ਨਾ ਖਰੀਦਣੀ ਹੋਈ, ਉਹ ਮਾਪਦੰਡ ਦੇਣ ਵਾਲੇ ਨੂੰ ਤਾਂ ਪੈਸੇ ਉਹਨਾਂ ਨੇ ਦੇਣੇ ਨੇ। ਉਹ ਥੋੜ੍ਹੀ ਬਹੁਤੀ ਉੱਥੇ ਆਪਦਾ ਕੰਪਰੋਮਾਈਜ਼ ਕਰਾ ਕੇ ਕਹਿ ਦੇਣਗੇ ਵੀ ਇਹਦਾ ਯਾਰ ਮੋਇਸਚਰ ਪੂਰਾ ਨਹੀਂ, ਤਾਂ ਕੱਟ ਲਾ ਲਓ, ਇਹਦਾ ਕੁਆਲਿਟੀ ਪੂਰੀ ਨਹੀਂ ਹੈ, ਇਹਦਾ ਨੱਕਾ ਕਾਲਾ ਹੋ ਗਿਆ, ਇਹਦਾ ਨੱਕੂ ਟੁੱਟ ਗਿਆ, ਇਹਦੇ 'ਤੇ ਕੱਟ ਲਾ ਲਓ। ਵੀ ਕਿਸਾਨ ਤਾਂ ਹਮੇਸ਼ਾ ਰਿਸੀਵਿੰਗ ਐਂਡ 'ਤੇ ਹੀ ਰਹੂਗਾ। ਮੈਨੂੰ ਨਹੀਂ ਲੱਗਦਾ ਕਿਸਾਨਾਂ ਨੂੰ ਇਹਦਾ ਕੋਈ ਬਹੁਤਾ ਫਾਇਦਾ ਹੋਊਗਾ। ਹੋਰ ਇਹ ਚੱਕਰ ਹੈ ਕਿ ਹੁਣ ਜਦੋਂ ਸੈਂਟਰ ਸਰਕਾਰ ਨੇ 3 ਆਰਡੀਨੈਂਸ ਪਾਸ ਕੀਤੇ ਹੈਗੇ ਨੇ, ਨਾਲ ਦੀ ਨਾਲ ਆਏ ਕਿ 2017 ਦੇ ਵਿੱਚ ਵੀ ਪੰਜਾਬ ਗੌਰਮੈਂਟ ਨੇ ਵੀ ਐਕਟ ਦੇ ਵਿੱਚ ਸੋਧ ਕੀਤੀ ਹੈਗੀ ਸੀ, ਉਹ ਨੀਂਹ ਉਦੋਂ ਵੱਜੀ ਗਈ ਸੀ, ਸੈਂਟਰ ਨੇ ਤਾਂ ਉਹਦੇ 'ਚ ਮੋਡੀਫਿਕੇਸ਼ਨ ਕੀਤੀ ਹੈ। ਨਹੀਂ, ਦੇਖੋ, ਇਹ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ, ਕਿਉਂਕਿ ਜਿਹੜਾ 2003 ਦੇ ਵਿੱਚ ਭਾਰਤ ਸਰਕਾਰ ਨੇ ਮਾਡਲ ਐਕਟ ਬਣਾਇਆ ਸੀ, ਉਹ ਸਾਨੂੰ ਕਿਹਾ ਸੀ ਵੀ ਤੁਸੀਂ ਚੇਂਜ ਕਰੋ। 2005 'ਚ ਅਸੀਂ ਆਰਡੀਨੈਂਸ ਜਾਰੀ ਕੀਤਾ ਸੀ ਵੀ ਅਸੀਂ ਪ੍ਰਾਈਵੇਟ ਮੰਡੀ ਬਣਾਉਣ ਦੀ ਇਜਾਜ਼ਤ ਦਿੰਦੇ ਹਾਂ, ਅਸੀਂ ਜਿਹੜੀ ਹੈ ਡਾਇਰੈਕਟ ਪਰਚੇਜ ਦੀ ਪਰਮਿਸ਼ਨ ਦਿੰਦੇ ਹਾਂ। ਇਹ 2005 'ਚ ਵੀ ਅਸੀਂ ਆਰਡੀਨੈਂਸ ਬਣਾਇਆ ਸੀ, ਪਰ ਜਦੋਂ ਸਾਨੂੰ ਲੱਗਿਆ ਵੀ ਠੀਕ ਨਹੀਂ ਹੈ, ਆਰਡੀਨੈਂਸ ਲੈਪਸ ਹੋ ਗਿਆ, ਅਸੀਂ ਉਹਨੂੰ ਕਾਨੂੰਨ ਨਹੀਂ ਬਣਾਇਆ ਪੰਜਾਬ ਨੇ। ਉਸ ਤੋਂ ਬਾਅਦ ਫਿਰ 2013 ਦੇ ਵਿੱਚ ਫਿਰ ਮਾਡਲ ਐਕਟ ਸਰਕੂਲੇਟ ਹੋਇਆ, 2017 'ਚ ਫਿਰ ਹੋਇਆ। 2013 ਜੋ ਐਕਟ ਬਣਾਇਆ, ਉਦੋਂ ਕੇਂਦਰ ਸਰਕਾਰ ਨੇ ਸਾਨੂੰ ਇਹ ਕਹਿ ਦਿੱਤਾ ਵੀ ਤੁਸੀਂ ਜਿਹੜੀਆਂ ਸਟੇਟਾਂ ਇਹਨੂੰ ਅਮੈਂਡ ਕਰਨਗੀਆਂ ਆਪਦੇ APMC ਐਕਟ ਨੂੰ, ਉਹਨਾਂ ਨੂੰ ਹੀ ਮੰਡੀਕਰਨ ਦੇ ਵਿੱਚ ਢਾਂਚੇ ਵਿੱਚ ਸੁਧਾਰ ਲਈ ਜਿਹੜੀਆਂ ਕੇਂਦਰ ਦੀਆਂ ਸਕੀਮਾਂ ਅਧੀਨ ਫੰਡ ਦਿੱਤੇ ਜਾਣਗੇ। ਕਈ ਸਾਲ ਸਾਨੂੰ ਕੋਈ ਫੰਡ ਨਹੀਂ ਮਿਲੇ। ਅਸੀਂ ਆਪਦੀ ਜਿਹੜੀ ਮੰਡੀਕਰਨ ਭਾਸ਼ਾ, ਕਿਉਂਕਿ ਅਸੀਂ ਇੱਥੇ ਟੈਕਸ ਲਾਉਂਦੇ ਸੀ ਮਾੜਾ ਮੋਟਾ, ਅਸੀਂ ਟੈਕਸਾਂ ਨਾਲ ਆਪਦਾ ਮੰਡੀ ਸਟਰਕਚਰ ਜਿਹੜਾ ਮੰਡੀ ਦਾ ਢਾਂਚਾ ਜਿਹੜਾ ਉਹਨੂੰ ਚਲਾਉਂਦੇ ਰਹੇ। 2017 ਜਦੋਂ ਫਿਰ ਇਹ ਦੁਬਾਰਾ ਫਿਰ ਜ਼ੋਰ ਪਾਇਆ ਗਿਆ ਵੀ ਇਹਨੂੰ ਐਕਟ ਨੂੰ ਤੁਸੀਂ ਅਮੈਂਡ ਕਰੋ, ਅਸੀਂ ਫਿਰ ਅਮੈਂਡਮੈਂਟ ਕੀਤੀ ਉਹਦੇ 'ਚ। ਪਰ ਉਹ ਐਕਟ ਜਿਹੜਾ ਅਸੀਂ ਅਮੈਂਡਮੈਂਟ ਕੀਤੀ ਉਹਦੇ 3 ਹੀ ਗੱਲਾਂ ਨੇ। ਉਹਦੇ 'ਚ ਇੱਕ ਤਾਂ ਇਹ ਹੈ ਵੀ ਪ੍ਰਾਈਵੇਟ ਮੰਡੀ ਬਣਾਈ ਜਾ ਸਕਦੀ ਹੈ, ਦੂਜਾ ਇਹ ਹੈ ਵੀ ਇਲੈਕਟ੍ਰੋਨਿਕ ਟ੍ਰੇਡ ਫਾਰਮਿੰਗ ਬਣਾਇਆ ਜਾ ਸਕਦਾ ਹੈ, ਡਾਇਰੈਕਟ ਪਰਚੇਜ ਦੀ ਉਹਦੇ ਵਿੱਚ ਪਰਮਿਸ਼ਨ ਹੈ, ਅਤੇ ਸਾਰੇ ਸਟੇਟ ਲਈ ਇੱਕ ਸਿੰਗਲ ਲਾਇਸੈਂਸ, ਵੀ ਇੱਕ ਲਾਇਸੈਂਸ ਲੈ ਕੇ ਬੰਦਾ ਕਿਤੇ ਵੀ ਕਰ ਸਕਦਾ ਹੈ। ਇਹ ਜਿਹੜਾ ਨਵਾਂ ਐਕਟ ਹੈ ਤਾਂ ਕਹਿੰਦਾ ਬਿਨਾਂ ਲਾਇਸੈਂਸ ਤੋਂ ਹੀ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ। ਉੱਥੇ ਉਹ ਮੰਡੀ ਸੀ ਜਿਹੜੀ ਪ੍ਰਾਈਵੇਟ ਬਣਨੀ ਸੀ, ਉਹ ਵੀ ਰੈਗੂਲੇਟਡ ਹੋਣੀ ਸੀ। ਉਹਦੇ ਵਿੱਚ ਵੀ ਅਸੀਂ ਦੇਖਣਾ ਸੀ ਵੀ ਕਿਸਾਨਾਂ ਦੀ ਲੁੱਟ ਖਸੁੱਟ ਨਾ ਹੋਵੇ। ਉਹਦੇ ਵਿੱਚ ਵੀ ਅਸੀਂ ਮਾੜਾ ਮੋਟਾ 1-2% ਟੈਕਸ ਲਾਉਂਦੇ ਸ਼ਾਇਦ, ਵੀ ਤਾਂ ਕਿ ਸੜਕਾਂ ਨੂੰ ਅਸੀਂ ਮੇਨਟੇਨ ਕਰ ਸਕੀਏ। ਇਹਦੇ ਜਿਹਨਾਂ ਨੇ ਕਹਿੰਦਾ ਟੈਕਸ ਵੀ ਕੋਈ ਨਹੀਂ ਲੱਗੂਗਾ, ਨਿਯੰਤਰਣ ਵੀ ਕੋਈ ਨਹੀਂ ਹੋਊਗਾ, ਸਟੇਟ ਦੀ ਇੰਟਰਫੇਰੈਂਸ ਵੀ ਕੋਈ ਨਹੀਂ ਹੋਏਗੀ। ਮੈਨੂੰ ਤਾਂ ਲੱਗਦਾ ਨਹੀਂ ਵੀ ਇਹ ਜਿਹੜੀ 2017 ਦੀ ਸੋਧ ਹੈ ਉਹਦੇ ਨਾਲ ਤਾਂ ਜ਼ਮੀਨ ਅਸਮਾਨ ਦਾ ਫਰਕ ਹੈ। ਇਹ ਤਾਂ ਬਿਲਕੁਲ ਨਿਰੀ ਛੂਟ ਹੈ। ਇਹ ਤਾਂ ਪ੍ਰਾਈਵੇਟ ਟਰੇਡਰ ਨੂੰ ਉਹ ਜਿਵੇਂ ਮਰਜ਼ੀ ਜੋ ਮਰਜ਼ੀ ਮੰਡੀ ਦੇ ਵਿੱਚ ਕਰੇ, ਉਹਦੇ ਵਿੱਚ ਸੈਂਟਰ ਦਾ ਕੇਂਦਰ ਸਰਕਾਰ ਦਾ ਭਾਵੇਂ ਮਾੜਾ ਮੋਟਾ ਦਖਲ ਦੇ ਲਵੇ। ਉਹਨਾਂ ਨੇ ਲਿਖਿਆ ਵੀ ਅਸੀਂ ਇਹਦੇ ਲਈ
ਜੇ ਲੋੜ ਪਈ ਅਸੀਂ ਰਜਿਸਟ੍ਰੇਸ਼ਨ ਦੀ ਪ੍ਰੋਸੈਸ ਅਸੀਂ ਜਿਹੜੀ ਕਰ ਸਕਦੇ ਹਾਂ। ਅਸੀਂ ਉਹਦੇ ਵਿੱਚ ਅਸੀਂ ਉਹਨੇ ਪੇਮੈਂਟ ਕਿਵੇਂ ਕਰਨੀ ਹੈ, ਵੀ ਸੇਮ ਡੇ ਕਰੇਗਾ ਜਾਂ ਜੇਕਰ ਲੋੜ ਹੈ ਤਾਂ 3 ਕੰਮਕਾਜੀ ਦਿਨਾਂ 'ਚ ਕਰੇਗਾ, ਅਸੀਂ ਉਹਨੂੰ ਰੈਗੂਲੇਟ ਕਰ ਸਕਦੇ ਹਾਂ। ਕੇਂਦਰ ਸਰਕਾਰ ਤਾਂ ਭਾਵੇਂ ਮਾੜਾ ਮੋਟਾ ਉਹਨੂੰ ਰੈਗੂਲੇਟ ਕਰ ਦੇਵੇ, ਪਰ ਸਾਡੇ ਕੋਲੋਂ ਸਟੇਟ ਕੋਲੇ ਉਹਦਾ ਕੋਈ ਅਧਿਕਾਰ ਨਹੀਂ ਰਹਿਣਾ ਉਹਨਾਂ ਮੰਡੀਆਂ ਵਿੱਚ ਕਰਨ ਦਾ। ਅਤੇ ਸਾਡੀਆਂ ਆਪਣੀਆਂ ਮੰਡੀਆਂ ਨੇ ਜਿਹੜੀਆਂ ਜਿਨ੍ਹਾਂ 'ਚ ਅਸੀਂ ਮਾੜਾ ਮੋਟਾ ਟੈਕਸ ਲਾਉਂਦੇ ਹਾਂ, ਉਹਨਾਂ ਨਾਲੋਂ ਉਹਨਾਂ ਦੇ ਮੁਕਾਬਲੇ ਪ੍ਰਾਈਵੇਟ ਮੰਡੀਆਂ ਨੇ ਜਿਹੜੀਆਂ ਉਹਨਾਂ ਦੀ ਐਫੀਸ਼ੀਐਂਸੀ ਕਰਕੇ, ਉਹਨਾਂ ਦੇ ਬਿਹਤਰ ਕਰਕੇ ਸ਼ੁਰੂ ਦੇ ਵਿੱਚ ਉਹ ਸਾਡੇ ਵਾਲੀਆਂ ਮੰਡੀਆਂ ਜਦੋਂ ਫੇਲ ਹੋ ਗਈਆਂ ਤਾਂ ਉਹ ਮੰਡੀਆਂ ਜਿਹੜੀਆਂ ਨੇ ਉਹ ਫਿਰ ਕਿਸਾਨਾਂ ਦਾ ਸ਼ੋਸ਼ਣ ਸ਼ੁਰੂ ਕਰ ਦੇਣਗੀਆਂ। ਸਰ ਜਿਸ ਤਰ੍ਹਾਂ ਸ਼ੋਸ਼ਣ ਦੇ ਹਿੱਸਾ ਹੋਊਗਾ ਨਾ, ਜਿੱਦਾਂ ਕਿ ਜਿਹੜੇ ਅੱਜ ਵੀ ਇੱਕ ਚਰਚਾ ਹੈਗੀ ਹੈ ਕਿ ਜਿਹੜੇ ਪ੍ਰਾਈਵੇਟ ਗੰਨਾ ਮਾਲਕ ਨੇ ਉਹ ਕਿਸਾਨਾਂ ਦੇ ਪੈਸੇ ਤੇ ਰੁਕੇ ਪਏ ਨੇ। ਤੁਹਾਨੂੰ ਲੱਗਦਾ ਭਵਿੱਖ ਦੇ ਵਿੱਚ ਇਦਾਂ ਹੀ ਹੋਊਗਾ ਕਿ ਜਿੱਦਾਂ MSP ਹੌਲੀ ਹੌਲੀ ਇਹਨਾਂ ਨੇ ਰੂਲ ਆਊਟ ਕਰਤੀ ਹੈਗੀ, ਫਿਰ ਉਹ ਜਿਹੜੇ ਵੱਡੇ ਪਲੇਅਰ ਹੋਣਗੇ ਉਹਨਾਂ ਦੀ ਮਰਜ਼ੀ ਹੋਏਗੀ ਤੇ ਮਨਮਰਜ਼ੀ ਉਹਨਾਂ ਦੇ ਨਾਲ ਹੀ ਸਰਕਾਰਾਂ ਚੱਲਣਗੀਆਂ। ਬਿਲਕੁਲ ਠੀਕ ਹੈ। ਹੁਣ ਜਿਵੇਂ ਜੇ ਇਹ ਐਕਟ ਦੇ ਵਿੱਚ ਹੁਣ ਐਤਕੀ ਜਦੋਂ ਅਸੀਂ ਜਿਹੜੀਆਂ ਨੇ ਸਾਰੀਆਂ ਸ਼ੂਗਰ ਮਿੱਲਾਂ ਨੇ, ਸ਼ੂਗਰਕੇਨ ਕੰਟਰੋਲ ਬੋਰਡ ਜਿਹੜਾ ਹੈ ਸਟੇਟ ਦਾ, ਉਹ ਸ਼ੂਗਰਕੇਨ ਦੀ ਪ੍ਰਾਈਸ ਤੈਅ ਕਰਦਾ ਹੈ। ਸਾਰੀਆਂ ਮਿੱਲਾਂ ਦਾ ਕਿਸਾਨਾਂ ਨਾਲ ਬੌਂਡ ਹੈ। ਹੁਣ ਜਦੋਂ ਇਹ ਮਿੱਲਾਂ ਜੇ ਕੱਲ੍ਹ ਨੂੰ ਨਵੇਂ ਬੌਂਡ ਦੇ ਵਿੱਚ ਇਹ ਕਹਿੰਦੀਆਂ ਨੇ ਵੀ ਅਸੀਂ ਤਾਂ ਤੁਹਾਨੂੰ ਜੀ ਦੇਵਾਂਗੇ 245 ਰੁਪਏ, ਘੱਟੋ ਘੱਟ 245 ਦੇਵਾਂਗੇ, ਸੇਮ ਡੇ ਦੇਵਾਂਗੇ। ਉਸ ਤੋਂ ਬਾਅਦ ਅਸੀਂ ਲਿੰਕ ਕਰ ਲਾਂਗੇ ਵੀ ਜੇ ਮੰਡੀ 'ਚ ਚੀਨੀ ਦਾ ਭਾਅ 25 ਰੁਪਏ ਹੋਇਆ ਤੁਹਾਨੂੰ 10 ਰੁਪਏ ਹੋਰ ਦੇ ਦਿਆਂਗੇ, ਜੇ 30 ਰੁਪਏ ਹੋਇਆ ਤੁਹਾਨੂੰ 15 ਰੁਪਏ ਹੋਰ ਦੇ ਦਿਆਂਗੇ, ਜੇ 40 ਰੁਪਏ ਹੋਇਆ ਤੁਹਾਨੂੰ 20 ਰੁਪਏ ਹੋਰ ਦੇ ਦਿਆਂਗੇ, ਜੇ 45 ਰੁਪਏ ਹੋਇਆ ਤੁਹਾਨੂੰ ਫੇਰ ਹੋਰ ਦੇ ਦਿਆਂਗੇ। ਜਦੋਂ ਉਹ ਕਿਹੜੇ ਵੇਲੇ ਨਾਲ ਲਿੰਕ ਕਰਨਗੇ, ਉਹ ਵੀ 2 ਮਹੀਨੇ ਬਾਅਦ 25 ਤੋਂ ਵੱਧ ਹੋਊਗਾ, 4 ਮਹੀਨੇ ਬਾਅਦ 45 ਤੋਂ ਵੱਧ ਹੋਊਗਾ, ਕਿ 6 ਮਹੀਨਿਆਂ ਬਾਅਦ 50 ਤੋਂ ਵੱਧ ਹੋਏਗਾ। ਕਿਵੇਂ ਇਸ ਕਿਸਾਨ ਜਿਹੜਾ ਵਿਚਾਰਾ ਉਹਦਾ ਨਿਪਟਾਰਾ ਕਰੇਗਾ? ਉਹਨੂੰ ਜੇ ਉਹਨੇ ਗੰਨਾ ਪੈਦਾ ਕਰਨਾ ਹੈ, ਉਹਨੂੰ ਉਹ ਜਿਹੜੀ ਮਿਨੀਮਮ ਪ੍ਰਾਈਸ ਮਿਲਾਂ ਦੇਣਗੀਆਂ 245 ਦੇਣ, 235 ਦੇਣ, ਉਹ ਉਸੇ 'ਤੇ ਉਹਨੂੰ ਵੇਚਣਾ ਪਊਗਾ। ਬੋਨਸ ਮਿਲੂਗਾ ਨਹੀਂ ਮਿਲੂਗਾ ਇਹ ਉਹ ਬਾਅਦ ਦੀਆਂ ਗੱਲਾਂ ਹੋ ਜਾਣਗੀਆਂ। ਅਤੇ ਉਹ ਠੇਕੇ ਦਾ ਖੇਤੀ ਉਹ ਪਹਿਲਾਂ ਹੀ ਠੇਕੇ ਦੀ ਖੇਤੀ ਹੈ। ਹੁਣ ਵੀ ਦੇਖੋ ਕਿਸਾਨਾਂ ਦਾ ਉੱਥੇ ਕੰਡਿਆਂ ਦੇ ਵਿੱਚ, ਉੱਥੇ ਤੋਲ ਦੇ ਵਿੱਚ, ਉੱਥੇ ਕੱਟਾਂ ਦੇ ਵਿੱਚ, ਉੱਥੇ ਪੇਮੈਂਟ ਨਾ ਦੇਣ ਦੇ ਵਿੱਚ ਐਕਟ ਦੇ ਵਿੱਚ ਲਿਖਿਆ ਹੈ ਕਿ ਜੇਕਰ ਸ਼ੂਗਰ ਮਿੱਲ ਸਮੇਂ ਸਿਰ ਪੇਮੈਂਟ ਨਹੀਂ ਕਰਦੀ 15 ਦਿਨਾਂ ਦੇ ਅੰਦਰ, ਤਾਂ ਉਹ ਬਾਅਦ ਦੇ ਵਿੱਚ ਉਹ ਵਿਆਜ ਦੇਵੇਗੀ। ਅੱਜ ਤੱਕ ਕਿਸੇ ਕਿਸਾਨ ਨੂੰ ਵਿਆਜ ਮਿਲਿਆ 3-3 ਸਾਲ ਤਾਂ ਪੈਸੇ ਨਹੀਂ ਮਿਲਦੇ। ਤਕੜੇ ਦਾ 27-20 ਤਕੜੇ ਨਾਲ ਇੱਕ 2.5 ਕਿੱਲੇ ਵਾਲਾ ਕਿਸਾਨ ਜਾਂ 1.5 ਕਿੱਲੇ ਵਾਲਾ ਕਿਸਾਨ ਕਿਵੇਂ ਉਹਦੇ ਨਾਲ ਬਹਿਸਬਾਜ਼ੀ ਕਰ ਸਕਦਾ? ਇਹ ਬਿਲਕੁਲ ਨਹੀਂ ਹੋਣਾ। ਤੇ ਮੰਡੀਕਰਨ ਸਿਸਟਮ ਓਪਨ ਕਰਤਾ ਸਰਕਾਰ ਨੇ, ਰੂਲ ਬਣ ਜਾਣਗੇ, ਜੋ ਵੱਡੇ ਪਲੇਅਰ ਹੋਣਗੇ ਬਹੁਤ ਜ਼ਿਆਦਾ ਵੱਡੇ ਹੋਣਗੇ ਤੇ ਉਹਨਾਂ ਦੀਆਂ ਮਨਮਰਜ਼ੀਆਂ ਪੂਰੀ ਤਰ੍ਹਾਂ ਚੱਲਣਗੀਆਂ। ਫਿਰ ਮਨਮਰਜ਼ੀਆਂ ਜੋ ਚੱਲਣਗੀਆਂ ਤੇ ਸਰਕਾਰਾਂ ਨੂੰ ਵੀ ਸਰੈਂਡਰ ਕਰਨਾ ਪਏਗਾ। ਕੋਈ ਜਦੋਂ ਇੱਕ ਕਿਸਾਨ ਦਾ ਸਿੱਧਾ ਇੱਕ ਕੰਪਨੀ ਦੇ ਨਾਲ ਰਾਬਤਾ ਬਣ ਗਿਆ। ਨਹੀਂ, ਬਿਲਕੁਲ ਠੀਕ ਹੈ ਤੁਹਾਡੀ ਗੱਲ ਵੀ ਇਹਦੇ ਜਦੋਂ ਮੰਡੀ ਦੇ ਵਿੱਚ ਬਾਇਰ ਹੋਣਗੇ, ਦੇਖੋ ਮੰਡੀ ਦੇ ਵਿੱਚ ਖਰੀਦਦਾਰ ਕੌਣ ਹੋਣਗੇ? ਅਮਰੀਕਾ ਦੇ ਵਿੱਚ 4 ਕੰਪਨੀਆਂ ਨੇ, ਕਾਰਗਿਲ, ABCD ਉਹਨੂੰ ਕਹਿੰਦੇ ਆ, 4 ਕੰਪਨੀਆਂ ਜਿਹੜੀਆਂ ਮੇਜਰ ਟ੍ਰੇਡ ਕਰਦੀਆਂ ਨੇ। ਔਰ ਦੁਨੀਆ ਦੇ ਵਿੱਚ ਇੱਕ ਦਵਾਈਆਂ ਨੂੰ ਛੱਡ ਕੇ, ਫਾਰਮਾਸਿਊਟੀਕਲ ਨੂੰ ਛੱਡ ਕੇ ਜਿਹੜਾ ਫੂਡ ਗ੍ਰੇਨ ਦਾ ਬਿਜ਼ਨਸ ਹੈ, ਇਹ ਸਭ ਤੋਂ ਵੱਧ ਲਾਹੇਵੰਦ ਹੁੰਦਾ, ਦੂਜੇ ਨੰਬਰ ਦਾ ਲਾਹੇਵੰਦ ਹੁੰਦਾ। ਇਹ ਸਾਰੀਆਂ ਕੰਪਨੀਆਂ ਜਿਹੜੀਆਂ ਨੇ ਇਸ ਕੰਮ 'ਚ ਆਉਣਗੀਆਂ। ਅਤੇ ਜਿਹੜੇ ਆ ਨਿੱਕੇ ਵਪਾਰੀ ਨੇ, ਕੋਈ ਨਿੱਕੇ ਬੈਠੇ ਨੇ ਆਪਣੀਆਂ ਮੰਡੀਆਂ ਦੇ ਵਿੱਚ, ਇਹ ਸਾਰੇ ਕੰਮ ਤੋਂ ਆਊਟ ਹੋ ਜਾਣਗੇ। ਇਹਨਾਂ ਕੋਲ, ਕਿਉਂਕਿ ਇਹਨਾਂ ਨੇ ਇਹ ਪੂੰਜੀ ਦੇ ਹਿਸਾਬ ਨਾਲ, ਕੈਪੀਟਲ ਦੇ ਹਿਸਾਬ ਨਾਲ ਇਹ ਉਹਨਾਂ ਲੋਕਾਂ ਦੇ ਨਾਲ ਕੰਪੀਟ ਨਹੀਂ ਕਰ ਸਕਣਗੇ। ਉਹ ਇਹਨਾਂ ਨੂੰ 98 ਰੁਪਈਆ ਵੱਧ ਦੇ ਕੇ ਚੱਕ ਲਿਆ ਕਰਨਗੀਆਂ। ਕਿਸਾਨ ਦੇ ਕੋਲ ਇਹ ਹੈ ਕਿ ਉਹਦੇ ਕੋਲ ਤਾਂ ਰੋਕਣ ਦੀ ਸਮਰੱਥਾ ਹੀ 6 ਮਹੀਨਿਆਂ ਬਾਅਦ ਫਸਲ ਆਉਣੀ ਹੈ, ਸਾਰੇ ਪੰਜਾਬ 'ਚ ਇਕੱਠੀ ਆਉਣੀ ਹੈ, ਸਾਰੇ ਹਿੰਦੁਸਤਾਨ 'ਚ ਆਲਮੋਸਟ ਇਕੱਠੀ ਆਉਣੀ ਹੈ। ਉਹਦੇ ਕੋਲ ਇੰਨੀ ਸਮਰੱਥਾ ਨਹੀਂ ਵੀ ਉਹ ਰੋਕ ਲਏ। ਉਹਨੇ ਅਗਲੀ ਸੀਜ਼ਨ ਦੇ ਜਿਹੜੇ ਇਨਪੁੱਟ ਵੀ ਲੈਣੇ ਨੇ, ਉਹਨੇ ਕੋਈ ਜਿਹੜਾ ਪਿਛਲਾ ਮਾੜਾ ਮੋਟਾ ਸੁਧਾਰ ਲਿਆ ਉਹ ਵੀ ਉਹਨੇ ਤਾਰਨਾ ਹੈ। ਤਾਂ ਕਿਸਾਨ ਕੋਲ ਰੋਕਣ ਦੀ ਸਮਰੱਥਾ ਨਹੀਂ। ਖਰੀਦਦਾਰ ਜਿਹੜਾ ਹੈ ਹੌਲੀ ਹੌਲੀ ਲਿਮਟਿਡ ਹੋ ਜਾਣਗੇ, 1 2 4 ਹੋ ਜਾਣਗੇ। ਉਹ ਵੀ ਮੁੜ ਕੇ ਅਲਟੀਮੇਟਲੀ ਆਪੋ ਵਿੱਚ ਵੰਡ ਲੈਣਗੇ ਵੀ ਤੁਸੀਂ ਪੰਜਾਬ ਦਾ ਇੱਧਰਲਾ ਹਿੱਸਾ ਲੈ ਲਓ, ਅਸੀਂ ਪੰਜਾਬ ਦਾ ਇੱਧਰਲਾ ਹਿੱਸਾ ਲੈ ਲੈਂਦੇ ਹਾਂ, ਤੁਸੀਂ ਪੰਜਾਬ ਦਾ ਇੱਧਰਲਾ ਹਿੱਸਾ ਲੈ ਲਓ। ਉਹ ਜ਼ਿਲ੍ਹੇ ਵੰਡ ਲੈਣਗੇ ਵੀ ਇਸ ਜ਼ਿਲ੍ਹੇ 'ਚ ਅਸੀਂ ਖਰੀਦ ਲਾਂਗੇ, ਅੱਜ ਤੁਸੀਂ ਖਰੀਦ ਲਓ। ਜਿਹੜਾ ਕੰਪੀਟੀਸ਼ਨ ਹੈ, ਜਿੰਨਾ ਕਹਿੰਦੇ ਨੇ ਵੀ ਅਸੀਂ ਕੰਪੀਟੀਸ਼ਨ ਨਾਲ ਬੈਟਰ ਪ੍ਰਾਈਸ ਡਿਸਕਵਰੀ ਹੋਏਗੀ। ਕੰਪੀਟੀਸ਼ਨ ਵੱਡੀਆਂ ਕੰਪਨੀਆਂ ਦਾ ਕਾਹਦਾ ਕੰਪੀਟੀਸ਼ਨ ਹੈ? ਸਰਮਾਏਦਾਰ ਤਾਂ ਸ਼ਾਮ ਨੂੰ ਇਕੱਠੇ ਹੋ ਜਾਂਦੇ ਨੇ। ਇਕੱਠੇ ਦਾ ਨੰਗ ਲੋਕ ਨਹੀਂ ਹੁੰਦੇ ਵਿਚਾਰੇ, ਕਿਉਂਕਿ ਉਹਨਾਂ ਦੇ ਨਿੱਕੇ ਇੰਟਰਸਟ ਹੁੰਦੇ ਨੇ। ਉਹ ਰੁਪਈਏ ਪਿੱਛੇ ਵਿਚਾਰੇ ਇਕੱਠੇ, ਉਹਨਾਂ ਦੇ ਸਵਾਰਥ ਨੇ ਜਿਹੜੇ, ਉਹਨਾਂ ਦੇ ਜਿਹੜੇ ਇੰਟਰਸਟ ਨੇ ਉਹ ਭਿੜਦੇ ਰਹਿੰਦੇ ਨੇ। ਅਸੀਂ ਹੋਰ ਜਿਹੜਾ 2003 ਤੋਂ ਸ਼ੁਰੂ ਹੋ ਗਿਆ ਜਿਹੜਾ ਮਾਡਲ ਐਕਟ ਲੈ ਕੇ ਆਏ ਨੇ, ਮਤਲਬ ਕਿ ਸੈਂਟਰ ਸਰਕਾਰ ਨੇ ਸੂਬਾ ਸਰਕਾਰਾਂ ਦੀਆਂ ਐਗਰੀਕਲਚਰ ਨਾਮ ਤੇ ਕਿ ਅਮੈਂਡਮੈਂਟ ਕਰੋ ਕਿ ਪੈਸੇ ਮਿਲਣਗੇ, ਬਾਹਾਂ ਮਰੋੜੀਆਂ ਹੈਗੀਆਂ, ਤਾਂ ਕਰਕੇ ਸਟੇਟ ਗੌਰਮੈਂਟ ਨੂੰ ਕਰਨਾ ਪਿਆ। ਹਾਂ, ਮਤਲਬ ਬਿਲਕੁਲ ਹੀ ਇਹਦੇ 'ਚ ਕੇਂਦਰ ਗੌਰਮੈਂਟ ਦੀਆਂ ਹੌਲੀ ਹੌਲੀ ਜਿਹੜੇ ਦੇਖੋ ਪੈਸੇ ਜਿਹੜੇ ਨੇ ਹੁਣ ਆਫਟਰ GST ਦਾ ਹੋਰ ਜ਼ਿਆਦਾ ਸੈਂਟਰਲਾਈਜੇਸ਼ਨ ਹੋ ਗਈ ਹੈ। 15ਵੇਂ ਵਿੱਤ ਕਮਿਸ਼ਨ 'ਚ ਮੈਨੂੰ ਲੱਗਦਾ ਇਦੋਂ ਵੀ ਵੱਧ ਹੋ ਜੂਗੀ। ਵੀ ਸਟੇਟਾਂ ਜਿਹੜੀਆਂ ਨੇ ਹੌਲੀ ਹੌਲੀ ਜਿਹੜੀਆਂ ਨੇ ਉਹਨਾਂ ਦੇ ਅਧਿਕਾਰ ਜਿਹੜੇ ਨੇ ਉਹ ਖੁੱਸ ਰਹੇ ਨੇ, ਕਿਉਂਕਿ ਜਿੰਨਾ ਚਿਰ ਤੁਹਾਡੇ ਕਿਸੇ ਕੋਲੇ ਵਿੱਤੀ ਆਜ਼ਾਦੀ ਨਹੀਂ ਹੈ, ਜਿੰਨਾ ਚਿਰ ਉਹਦੇ ਕੋਲੇ ਕੋਈ, ਹੁਣ ਸਟੇਟ ਕੋਲੇ ਟੈਕਸ ਲਾਉਣ ਨੂੰ ਕੀ ਰਹਿ ਗਿਆ? ਜਾਂ ਸ਼ਰਾਬ ਰਹਿ ਗਈ, ਜਾਂ ਤੇਲ ਰਹਿ ਗਿਆ, ਅਤੇ ਜਾਂ ਰਜਿਸਟਰੀਆਂ ਦੀ ਫੀਸ ਰਹਿ ਗਈ,
ਮਾੜਾ ਮੋਟਾ ਕੋਈ ਹੋਰ ਹੋਊਗਾ, ਹੋਰ ਤਾਂ ਸਟੇਟ ਕੋਲੇ ਕੁਝ ਨਹੀਂ ਹੈ। ਇਹ ਚਾਰ ਚੀਜ਼ਾਂ GST ਤੋਂ ਬਾਹਰ ਨੇ। ਤੋ ਇਹਨਾਂ ਤੋਂ ਕਿੰਨਾ ਕੁ ਰੈਵਨਿਊ ਸਟੇਟ ਜਨਰੇਟ ਕਰ ਲਈ। ਅਲਟੀਮੇਟਲੀ ਪੈਸੇ ਜਿਹੜੇ ਨੇ ਉਹ ਬਾਕੀ ਸਾਰੀਆਂ ਜਿਹੜੀਆਂ ਦਰਾਂ ਨੇ ਉਹ ਸੈਂਟਰ ਨੇ ਤੈਅ ਕਰਨੀਆਂ। ਸੈਂਟਰ ਤੋਂ ਹੁਣ ਦੇਖੋ ਵੀ ਤੁਸੀਂ ਹੌਲੀ ਹੌਲੀ ਐਲੋਕੇਸ਼ਨ ਜਿਹੜੀ ਆ ਉਹ ਕਈ ਵਾਰੀ 2-2 ਮਹੀਨੇ ਡਿਲੇ ਹੋ ਜਾਂਦੇ, 3-3 ਮਹੀਨੇ ਡਿਲੇ ਹੋ ਜਾਂਦੀ। ਇੱਥੇ ਇੰਪਲਾਈਜ਼ ਨੂੰ ਤਨਖਾਹ ਨਹੀਂ ਮਿਲਦੀ, ਤਨਖਾਹ ਰੁਕ ਜਾਂਦੀਆਂ ਨੇ। ਤੋ ਇਹ ਪ੍ਰੋਬਲਮ ਜਿਹੜੀਆਂ ਨੇ ਹੈਗੀਆਂ ਨੇ ਇਹਨੂੰ ਆਪਾਂ ਇੰਡੀਆ ਨੂੰ ਕਹਿੰਦੇ ਕਿ ਵਰਲਡ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਆ, ਲੋਕਤੰਤਰ ਬਹੁਤ ਇੱਥੇ ਜੀਂਦਾ ਜਾਗਦਾ ਹੈਗਾ। ਤਾਂ ਲੱਗਦਾ ਤੇ ਉਹ ਜਿਹੜੀ ਉਹਦੀ ਖੂਬਸੂਰਤੀ ਸੀ ਉਹ ਹੌਲੀ ਹੌਲੀ ਮਦੋਲੀ ਜਾ ਰਹੀ ਹੈ। ਜਿਹੜਾ ਫੈਡਰਲ ਢਾਂਚੇ ਨੂੰ ਜਿਹੜੀਆਂ ਚੁਣੌਤੀਆਂ ਦਿੱਤੀਆਂ ਜਾ ਰਹੀਆਂ, ਪੈਸੇ ਦੇ ਆਲੇ ਕਿ ਪੈਸਾ ਸਾਡੇ ਕੋਲ ਲਓ ਤੇ ਐਕਟ ਵੀ ਸਾਡੇ ਹਿਸਾਬ ਦੇ ਨਾਲ ਬਣਨ ਜੀ। ਦੇਖੋ ਹੈ ਹੀ ਹੈ ਜੀ। ਆਪਾਂ ਆਪਣਾ ਵੈਸੇ ਸਮਾਜ ਦੇਖ ਲਈਏ ਵੀ ਜੇ ਪਿੰਡ ਦੇ ਵਿੱਚ ਜੇ ਕੋਈ ਜਿਹੜਾ ਤਕੜਾ ਹੈ ਉਹ ਭਾਵੇਂ ਜਿਹਾ ਜਿਹਾ ਮਰਜ਼ੀ ਹੈ, ਉਹਦਾ ਚਾਹੇ ਜਿਹਾ ਜਿਹਾ ਮਰਜ਼ੀ ਚਾਲ ਚੱਲਣਾ ਹੈ, ਉਹਨੂੰ ਫਿਰ ਵੀ ਸਾਰੇ ਸਰਦਾਰ ਜੀ ਕਹਿੰਦੇ ਨੇ। ਅਤੇ ਜਿਹੜਾ ਵਿਚਾਰਾ ਮੇਰੇ ਵਰਗਾ 2 ਕਿੱਲੇ ਵਾਲਾ ਉਹਨੂੰ ਕੌਣ ਬੁਲਾਉਂਦਾ? ਮਤਲਬ ਇਹ ਜਿਹੜੀ ਸਮਾਜ ਦੇ ਵਿੱਚ ਜਿਹੜੀ ਇਹ ਵੰਡ ਹੈ ਰਿਸੋਰਸਿਸ ਦੇ ਹਿਸਾਬ ਨਾਲ ਇਹ ਰਹਿਣੀ ਹੈ। ਇਹ ਪਹਿਲਾਂ ਤੋਂ ਵੀ ਚੱਲੀ ਆਈ ਹੈ। ਪਹਿਲਾਂ ਜਾਗੀਰਦਾਰ ਹੁੰਦੇ ਸੀ, ਹੁਣ ਹੋਰ ਤਰ੍ਹਾਂ ਦੇ ਜਾਗੀਰਦਾਰ ਹੋ ਗਏ ਨੇ ਤੇ ਇਹ ਕੰਮ ਚੱਲੀ ਹੋ ਜਾਣਾ ਹੈ। ਇਹ ਭਾਵੇਂ ਡੈਮੋਕ੍ਰੇਸੀ ਜਿਹੀ ਚੀਜ਼ ਡੈਮੋਕ੍ਰੇਸੀ ਸੀ ਸੋਚਦੇ ਸੀ ਉਹੀ ਜੀ ਡੈਮੋਕ੍ਰੇਸੀ ਹਾਲੇ ਤਾਂ ਬਣੀ ਨਹੀਂ। ਆਉਣ ਵਾਲੇ ਸਮੇਂ 'ਚ ਬਣ ਜੇ ਮੈਂ ਕੁਝ ਕਹਿ ਨਹੀਂ ਸਕਦਾ। ਮੇਰਾ ਆਖਰੀ ਸਵਾਲ ਹੈ ਕਿ ਜਿਸ ਤਰ੍ਹਾਂ ਇੱਕ ਚਰਚਾ ਹੈ ਕਿ ਸ਼ਾਇਦ ਪੰਜਾਬ ਕਿਉਂਕਿ ਸਟੇਟ ਸਬਜੈਕਟ ਆ, ਇਹਨੂੰ ਵਿਧਾਨ ਸਭਾ ਦੇ ਵਿੱਚ ਚੁਣੌਤੀ ਦਿੱਤੀ ਜਾ ਸਕਦੀ, ਉੱਥੇ ਰੱਦ ਕੀਤਾ ਜਾ ਸਕਦਾ, ਉਹ ਲੀਗਲੀ ਕਿੰਨਾ ਕੁ ਸਾਊਂਡ ਹੈ ਜੀ, ਹੋ ਸਕਦਾ ਜੀ? ਦੇਖੋ ਜੀ ਇਹ ਮੈਂ ਹਾਲੇ ਇਹਦੇ ਬਾਰੇ ਮੈਂ ਕੁਝ ਵੀ ਟਿੱਪਣੀ ਕਰਨ ਤੋਂ ਸਮਰੱਥ ਹਾਂ, ਕਿਉਂਕਿ ਮੈਨੂੰ ਇੰਨਾ ਅਸੀਂ ਇਹਨੂੰ ਕਾਨੂੰਨੀ ਐਂਗਲ ਤੋਂ ਮੈਂ ਕਾਨੂੰਨੀ ਮਾਹਰ ਤਾਂ ਹੈ ਨਹੀਂ, ਪਰ ਮੈਨੂੰ ਐਂ ਲੱਗਦਾ ਵੀ ਕੇਂਦਰ ਸਰਕਾਰ ਨੇ ਕਾਫੀ ਇਹਨੂੰ ਸੋਚ ਸਮਝ ਕੇ ਬਣਾਇਆ ਹੈ। ਇੰਨੇ ਸਟੇਟਾਂ ਕੋਲ ਕੋਈ ਬਹੁਤਾ ਲੀਵੇ ਨਹੀਂ ਹੈ। ਥੋੜ੍ਹਾ ਬਹੁਤਾ ਮੁਕੱਦਮੇਬਾਜ਼ੀ ਹੋ ਜੂ, 2-4 ਦਿਨ ਲੇਟ ਫੇਟ ਹੋ ਜੂ, ਹੋਰ ਸਾਰਾ ਕੁਝ ਹੋ ਜੂ, ਪਰ ਅਲਟੀਮੇਟਲੀ ਮੈਨੂੰ ਲੱਗਦਾ ਵੀ ਕਾਨੂੰਨ ਦੇ ਵਿੱਚ ਵੀ ਇਹਨੂੰ ਕੋਈ ਬਾਹਲਾ ਕਾਮਯਾਬੀ ਸਟੇਟਾਂ ਨੂੰ ਮਿਲਣੀ ਨਹੀਂ ਹੈ। ਇਹ ਤਾਂ ਪੋਲੀਟੀਕਲੀ ਹੋਈ ਮਿਲੂਗੀ। ਜੇ ਕੋਈ ਮਿਲੀ ਵੀ ਸੈਂਟਰ ਸਟੇਟ ਰਿਲੇਸ਼ਨਸ ਦੇ ਉੱਤੇ ਕੋਈ ਗੱਲਬਾਤ ਚੱਲੇ ਅਤੇ ਉਹਦੇ ਉੱਤੇ ਕੋਈ ਸਮਝੌਤਾ ਰਾਜੀਨਾਮਾ ਹੋ ਜਾਵੇ ਵੀ ਠੀਕ ਆ ਅਸੀਂ ਨਹੀਂ ਤੁਹਾਨੂੰ ਛੇੜਦੇ, ਤੁਸੀਂ ਇੰਨਾ ਕੁ ਤੁਸੀਂ ਮੰਨ ਲਓ, ਇੰਨਾ ਕੁ ਤੁਸੀਂ ਮੰਨ ਲਓ। ਅਤੇ ਅਦਰਵਾਈਜ਼ ਕਾਨੂੰਨੀ ਤੌਰ 'ਤੇ ਵੀ ਮੈਨੂੰ ਲੱਗਦਾ ਵੀ ਕਾਫੀ ਜਿਹੜਾ ਹੈ ਇਹਦੇ 'ਚ ਔਖਾ ਕੰਮ ਹੈ ਸੁਪਰੀਮ ਕੋਰਟ 'ਚ ਲੜਨਾ। ਜਿਹੜੀ ਇੱਕ ਚਰਚਾ ਹੈ ਕਿ ਜਿਹੜੀ ਸ਼ਾਂਤਾ ਕੁਮਾਰ ਜੀ ਦੀ ਕਮੇਟੀ ਸੀ ਉਹਨਾਂ ਰਿਕਮੈਂਡੇਸ਼ਨ ਦਾ ਇਹ ਹਿੱਸਾ। ਹਾਂ ਮਤਲਬ ਉਹ ਵੀ ਲਗਭਗ ਉਹਦੇ ਨਾਲ ਵੀ ਜੁੜਦਾ ਹੈ, ਕਿਉਂਕਿ ਸ਼ਾਂਤਾ ਕੁਮਾਰ ਕਮੇਟੀ ਦੀ ਵੀ ਇਹੀ ਸੀਗਾ ਵੀ ਤੁਸੀਂ FCA ਨੂੰ ਭੰਗ ਕਰੋ, PDS ਨੂੰ ਠੀਕ ਕਰੋ, ਜਿਹੜੀ ਓਪਨ ਹੈਂਡਡ ਪ੍ਰੋਕਿਉਰਮੈਂਟ ਹੈ ਇਹ ਖਤਮ ਕਰੋ। ਇਹ ਵੀ ਲਗਭਗ ਉਸ ਪਾਸੇ ਨੂੰ ਹੀ ਹੌਲੀ ਹੌਲੀ ਉਸ ਪਾਸੇ ਨੂੰ ਜਾਣ ਦਾ ਇੱਕ ਜ਼ਰੀਆ ਹੈ। ਮਤਲਬ ਮੈਂ ਇਹਦੇ 'ਚ ਇਹ ਕਹਿਣਾ ਹੁੰਦਾ ਵੀ ਇਹਦੇ 'ਚ ਕਿਸਾਨਾਂ ਦੀ ਸਸ਼ਕਤੀਕਰਨ ਇੰਪਾਵਰਮੈਂਟ ਪਤਾ ਨਹੀਂ ਹੋਈ ਹੈ ਕਿ ਨਹੀਂ ਹੋਈ, ਪਰ ਕੇਂਦਰ ਸਰਕਾਰ ਦੀ ਇੰਪਾਵਰਮੈਂਟ ਜ਼ਰੂਰ ਹੋ ਗਈ ਹੈ ਕਿ ਉਹ ਜਦੋਂ ਚਾਹੇ ਅੱਜ ਤੋਂ ਬਾਅਦ ਉਹ ਜਿਹੜੀਆਂ ਸਟੇਟਾਂ ਦੇ ਵਿੱਚ ਖੇਤੀਬਾੜੀ ਮੰਡੀਕਰਨ ਦੇ ਢਾਂਚੇ ਨੂੰ ਆਪਣੀ ਮਰਜ਼ੀ ਅਨੁਸਾਰ ਚਲਾ ਸਕਦੀ ਹੈ। ਬਹੁਤ ਮਿਹਰਬਾਨੀ, ਧੰਨਵਾਦ ਜੀ। ਪੰਜਾਬ ਦੀ ਪਹਿਚਾਣ ਹੀ ਖੇਤੀ ਆ, ਲੇਕਿਨ ਜਿਸ ਤਰ੍ਹਾਂ ਸੈਂਟਰ ਸਰਕਾਰ ਵੱਲੋਂ ਐਕਟ ਪਾਸ ਕੀਤੇ ਗਏ ਨੇ ਲਾਜ਼ਮੀ ਤੌਰ 'ਤੇ ਪੰਜਾਬ ਦਾ ਨੁਕਸਾਨ ਹੋਣਾ ਪੱਕਾ, ਕਿਉਂਕਿ ਆਰਥਿਕ ਪੱਖੋਂ ਨੁਕਸਾਨ ਹੋਵੇਗਾ। MSP ਪੰਜਾਬ 'ਚੋਂ ਚਲੇ ਜਾਏਗੀ। ਸਭ ਤੋਂ ਵੱਧ ਕਣਕ ਝੋਨਾ ਇੱਥੋਂ ਪੈਦਾ ਕੀਤਾ ਜਾਂਦਾ ਹੈਗਾ। ਸਰਕਾਰ ਨੂੰ CCL ਲਿਮਟ ਰਾਹੀਂ ਪੈਸੇ ਮਿਲਦੇ ਹੈਗੇ ਨੇ, ਪਰ ਨਾਲ ਦੀ ਨਾਲ ਜਿਹੜਾ ਸਾਡਾ ਮੰਡੀਕਰਨ ਸਿਸਟਮ ਆ, ਜਿੱਥੇ 71,000 ਕਿਲੋਮੀਟਰ ਰੋਡ ਬਣਦੇ ਨੇ ਹਰ 6 ਸਾਲ ਬਾਅਦ, ਇੰਨੇ ਜ਼ਿਆਦਾ ਆੜ੍ਹਤੀ ਨੇ, ਇੰਨੀ ਜ਼ਿਆਦਾ ਉੱਥੇ ਜਿਹੜੇ ਲੇਬਰ ਹੈਗੇ ਨੇ, ਉਹਨਾਂ ਦਾ ਵੀ ਨੁਕਸਾਨ ਹੋਏਗਾ। ਲੇਕਿਨ ਇਹ ਸਰਕਾਰਾਂ ਨੇ ਸੋਚਣਾ ਹੈਗਾ ਕਿ ਇਸ ਨੁਕਸਾਨ ਤੋਂ ਪੰਜਾਬ ਨੂੰ ਕਿਵੇਂ ਬਚਾਇਆ ਜਾ ਸਕਦਾ। ਲੜਾਈ ਇੱਕ ਸਿਆਸੀ ਵੀ ਤੌਰ 'ਤੇ ਵੀ ਲੜੀ ਜਾ ਸਕਦੀ ਹੈ। ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ, NB ਨਿਊਜ਼, ਚੰਡੀਗੜ੍ਹ।